गयो तुहारो द्वार, बाहें गहे की गोबिंद दास तुहार। सुको होटल गुर सेविया, अहनिस सहज सुभाए। दर्शन परसै गुरु के, जन्म मरण दुख जाए। होवै सिफत खसम नूर अरसो कुरसो चटिया। डिठे सचे पातशाह, मल जन्म जन्म दी कटिया। बाजे सुरलोक में दमामे गुरु फतेह सोना। मंगल कोलाहल अनेक विध होई है। रह्यो जग धर्म कर्म होम जग आदि तुर्क। विनाशता को पाए सब कोय है। वाहिगुरु जी का खालसा, वाहिगुरु जी की फतेह। अतत पावन वालिए कुल आलम सरवरे कायनात। धन धन गुरु गरीब नवाज गुरु ग्रंथ साहिब पातशाह जियां दी पावन पवित्र हजूरी अंदर सुभाईमान हो रही गुरु की संगत। आप संगत ने सतगुरां दे दरबार विच एकाग्रता दे नाल बैठदियां होयां गुरु की बाणी दे कीर्तन सरवण कीते। विसाखी का दिहाड़ा सतगुरु जी 14 तरीक नूं सानू बख्शिश कर रहे हैं। और गुरु पातशाह दे जो इतिहास की कथा आपां सरवण कर रहे हैं, ये भी विसाखी के दिहाड़े नाल संबंधित कथा जिहड़ी है वो चल रही है। सतगुरां ने आनंदपुर साहब की धरती ते बेअंत संगत का इकट्ठ बुलवाया है। ਉਹਦੇ ਵਿੱਚੋਂ ਪੰਜਾਂ ਪਿਆਰਿਆਂ ਦੀ ਚੋਣ ਮਹਾਰਾਜ ਨੇ ਕੀਤੀ ਹੈ। ਫਿਰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਸਤਿਗੁਰ ਮੇਰਾ ਮਾਰ ਜੀਵਾਲੈ। ਪੰਜਾਂ ਦੇ ਸੀਸ ਪ੍ਰਾਪਤ ਕਰਕੇ ਵੱਖ-ਵੱਖ ਧੜਾਂ ਦੇ ਨਾਲ ਜੋੜ ਕੇ ਅੰਮ੍ਰਿਤ ਦਾ ਚੁਲਾ ਪਾ ਕੇ ਸਤਿਗੁਰਾਂ ਨੇ ਸਰਜੀਤ ਕੀਤਾ। फिर महाराज ने रहत दसी है। जब लग खालसा रहे न्यारा, ये रहत समझाई है। दूजिया नालों न्यारे किवें रहना, वखरे किवें रहना, उच्चे किवें रहना। उच्चे रहन तो भाव ਕਾਂ वांग नहीं उच्चे रहना। कांग काग उडारी जिहड़ा काग ਕਾਂ है वो भावें जिन्ना मर्जी उच्चा बह जावे, अटारी ते बह जावे, पर ਕਾਂ ਦਾ ਧਿਆਨ ਥੱਲੇ ਗੰਦਗੀ ਵਿੱਚ ਹੀ ਰਹਿੰਦਾ। ਉੱਚੇ ਤੋਂ ਭਾਵ ਇਹ ਆ ਵੀ ਆਦਰਸ਼ ਉੱਚਾ ਲੈ ਜਾਣਾ, ਜੀਵਨ ਉੱਚਾ ਕਰ ਲੈਣਾ, ਸੁਰਤੀ ਬਿਰਤੀ ਉੱਪਰ ਲੈ ਜਾਣੀ ਸੰਸਾਰ ਦੇ ਲੋਕਾਂ ਤੋਂ। ਐਸਾ ਉੱਚਾ ਜੀਵਨ ਮਹਾਰਾਜ ਨੇ ਬਖਸ਼ਿਆ। ਫਿਰ ਸਤਿਗੁਰੂ ਕਹਿਣ ਲੱਗੇ ਸਾਨੂੰ ਵੀ ਅੰਮ੍ਰਿਤ ਛਕਾਓ ਜਿਵੇਂ ਅਸੀਂ ਤੁਹਾਨੂੰ ਛਕਾਇਆ ਹੈ। ਇਹ ਬਚਨ ਸੁਣ ਕੇ ਸੰਗਤਾਂ ਤੇ ਸਿੱਖ ਬੜੇ ਹੈਰਾਨ ਹੋਏ। ਮਹਾਰਾਜ ਇਤਿਹਾਸ ਵਿੱਚ ਵੀ ਕਿਤੇ ਜ਼ਿਕਰ ਨਹੀਂ ਆਉਂਦਾ ਵੀ ਗੁਰੂ ਨੇ ਚੇਲਿਆਂ ਕੋਲੋਂ ਅੰਮ੍ਰਿਤ ਛਕਿਆ ਹੋਵੇ, ਗੁਰੂ ਨੇ ਚੇਲਿਆਂ ਨੂੰ ਗੁਰੂ ਬਣਾਇਆ ਹੋਵੇ। ਕਿਤੇ ਇਤਿਹਾਸ ਵਿੱਚ ਕਿਸੇ ਜੀਵਨ ਵਿੱਚ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਅਸੀਂ ਖਾਲਸੇ ਦੀ ਰੀਤ ਤੋਰਨੀ ਹੈ, ਇਸੇ ਤਰ੍ਹਾਂ ਹੀ ਕਰਨਾ ਹੈ। ਪੰਜਾਂ ਪਿਆਰਿਆਂ ਤੋਂ ਫਿਰ ਆਪ ਅੰਮ੍ਰਿਤ ਛਕਿਆ ਤੇ ਸਤਿਗੁਰੂ ਜੀ ਫਿਰ ਬਚਨ ਬਲਾਸ ਕਰਦੇ ਪਏ। ਇਤਿਹਾਸ ਆਪਾਂ ਪਿੱਛੇ ਸਰਵਣ ਕਰਿਆ ਹੈ, ਅੱਗੇ ਜਿਵੇਂ ਕਿਰਪਾ ਕਰਦੇ ਆਓ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਜੇ ਸੁਰਲੋਕ ਮੈਂ ਦਮਾਮੇ ਗੁਰੂ ਫਤਿਹ ਸੋਨਾ। ਜਦੋਂ ਮਹਾਰਾਜ ਜੀਆਂ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਨਾ ਤੇ ਕਹਿਣ ਲੱਗੇ ਸਵਰਗਾਂ ਦੇ ਵਿੱਚ ਵੀ ਨਗਾਰੇ ਵੱਜਦੇ ਪਏ,
ਸਵਰਗਾਂ ਦੇ ਵਿੱਚ ਵੀ ਜੈ ਹੋਵੇ, ਜੈ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਹਾਡੇ ਪੰਥ ਦੀ ਜੈ ਹੋਵੇ, ਤੁਹਾਡੀ ਵੀ ਜੈ ਹੋਵੇ। ਸਵਰਗਾਂ ਦੇ ਦੇਵਤੇ ਖੜੇ ਹੋ ਕੇ ਠਾਂਡਾ ਬ੍ਰਹਮਾ ਨਿਗਮ ਵਿਚਾਰੈ। ਖਲੋ ਕੇ ਜੇ ਕੋਈ ਵੱਡਾ ਵਿਅਕਤੀ ਆ ਜਾਵੇ ਆਪਾਂ ਉਹਦਾ ਖੜ ਕੇ ਸਤਿਕਾਰ ਕਰਦੇ ਹਾਂ, ਖਲੋ ਕੇ ਉਸ ਨੂੰ ਜੀ ਆਇਆਂ ਆਖਿਆ ਜਾਂਦਾ। ਇਹ ਸਤਿਕਾਰ ਦੇਣ ਦੀ ਇੱਕ ਪਰਿਭਾਸ਼ਾ ਹੈ। ਕਹਿਣ ਲੱਗੇ ਦੇਵਤੇ ਇੰਦਰਪੁਰੀ ਵਿੱਚ ਬੈਠੇ, ਸਵਰਗਾਂ ਵਿੱਚ ਬੈਠੇ ਹੋਏ ਖੜ ਕੇ ਫੁੱਲਾਂ ਦੀ ਵਰਖਾ ਕਰਦੇ ਪਏ, ਨਾਲੇ ਆਖਦੇ ਮਹਾਰਾਜ ਤੁਹਾਡੀ ਜੈ ਹੋਵੇ, ਪਾਤਸ਼ਾਹ ਜੀ ਤੁਹਾਡੇ ਪੰਥ ਦੀ ਜੈ ਹੋਵੇ, ਜੈ ਜੈਕਾਰ ਕਰਦੇ ਹਨ। ਮੰਗਲ ਕੁਲਾਹਲ ਅਨੇਕ ਬਿਧ ਹੋਈ ਹੈ। ਗੁਰਮੁਖੋ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਤੇ ਜੋੜ ਮੇਲਾ ਹੋ ਹੀ ਰਿਹਾ। ਇੱਥੇ ਤੇ ਖੁਸ਼ੀਆਂ ਮਨਾਈਆਂ ਹੀ ਜਾ ਰਹੀਆਂ ਨੇ, ਨਗਾਰੇ ਵੱਜਦੇ ਹੀ ਪਏ ਨੇ, ਸੰਗਤਾਂ 'ਚ ਬੜੀਆਂ ਪ੍ਰਸੰਨ ਨੇ। ਅੱਜ ਗੁਰੂ ਨੇ ਐਸੀ ਵੱਡੀ ਦਾਤ ਨਾਲ ਨਿਵਾਜਿਆ। ਪਰ ਇਹਦੇ ਨਾਲ ਨਾਲ ਸਵਰਗਾਂ ਦੇ ਵਿੱਚ ਬੈਠੇ ਦੇਵਤੇ ਵੀ ਕਹਿਣ ਲੱਗੇ ਵੀ ਬੜੇ ਖੁਸ਼ ਨੇ, ਬੜੇ ਪ੍ਰਸੰਨ ਨੇ। ਦੇਵਲੋਕ ਦੇ ਵਿੱਚ ਵੀ ਬੜਾ ਸ਼ੋਰ ਸ਼ਰਾਬਾ ਹੋ ਰਿਹਾ, ਬੜੀ ਜੈ ਜੈਕਾਰ ਦੀ ਧੁਨ ਅੱਜ ਖਾਲਸੇ ਦੇ ਪ੍ਰਗਟ ਹੋਣ ਕਰਕੇ ਹੋਈ ਹੈ। ਕਿਉਂਕਿ ਖਾਲਸਾ ਅਕਾਲ ਪੁਰਖ ਦਾ ਪੁੱਤਰ ਹੈ। ਅਕਾਲ ਪੁਰਖ ਦਾ ਪੁੱਤਰ ਪੈਦਾ ਹੋਇਆ, ਦੇਵਤੇ ਪ੍ਰਸੰਨ ਹੋ ਗਏ ਨੇ। ਅਕਾਲ ਪੁਰਖ ਨੂੰ ਖੁਸ਼ ਕਰਨ ਵਾਸਤੇ ਉਹਦੇ ਪੁੱਤਰ ਦੇ ਨਾਮ ਦੀ ਜੈ ਜੈਕਾਰ ਕਰਦੇ ਪਏ। ਐਸਾ ਕਹਿਣ ਲੱਗੇ ਦੇਵਨਗਰੀ ਵਿੱਚ ਸ਼ੋਰ ਹੋ ਰਿਹਾ ਹੈ। ਰਹਿਓ ਜਗ ਧਰਮ ਕਰਮ ਹੋਮ ਜਗ ਆਦ। ਹੁਣ ਸੰਸਾਰ ਵਿੱਚ ਇਹ ਚੀਜ਼ਾਂ ਹਟ ਜਾਣਗੀਆਂ। ਕਿਹੜੀਆਂ ਹਟ ਜਾਣਗੀਆਂ? ਇੱਕ ਹੈ ਕਰਮ ਕਾਂਡ ਕਰਨੇ। ਕਰਮ ਕਾਂਡ ਕਰਨਾ ਹੁਣ ਹਟ ਜਾਏਗਾ, ਰਵੇਗਾ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਮ ਕਾਂਡ ਤੋਂ ਪਰੇ ਕਰ ਦਿੱਤਾ, ਕਰਮ ਕਾਂਡ ਨੂੰ ਨਹੀਂ ਮੰਨਣਾ। ਤੇ ਦੂਜਾ ਬਚਨ ਹੋਮ ਜਗ ਵਗੈਰਾ ਕਰਨਾ। ਗੁਰਮੁਖੋ ਜਗ ਕਰਨਾ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਮਨਾ ਮੂੰਹ ਕੁਆਂਟਲਾਂ ਮੂੰਹ ਘਿਓ ਲੱਗਦਾ। ਕਈ ਜਾਨਵਰਾਂ ਦੀਆਂ ਬਲੀਆਂ ਲੱਗਦੀਆਂ। ਅਸਮੇਧ ਜਗ ਕਰਨਾ, ਗਊ ਮੇਧ ਜਗ ਕਰਨਾ ਕਿਤੇ ਐਵੇਂ ਹੋ ਜਾਂਦੇ। ਕਈ ਕੁਆਂਟਲਾਂ ਵਿੱਚ ਸਮੱਗਰੀ ਲੱਗਦੀ ਹੈ ਤੇ ਕਰਨ ਵਾਲੇ ਬੜੀ ਆਪਣੀ ਫੀਸ ਭੇਟਾ ਲੈਂਦੇ। ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਸੀ, ਜਿਹੜਾ ਕੇਸੋ ਦਾਸ ਬ੍ਰਾਹਮਣ ਆਇਆ ਸੀ ਨਾ ਕਾਸ਼ੀ ਤੋਂ ਮਹਾਰਾਜ ਦੇ ਕੋਲ ਜਗ ਕਰਨ ਵਾਸਤੇ, ਉਹਨੇ 1.25 ਲੱਖ ਰੁਪਈਆ ਆਪਣੀ ਜਿਹੜੀ ਹੈ ਉਹ ਭੇਟਾ ਮੰਗੀ ਸੀ, ਦਸ਼ਨਾ ਮੰਗੀ ਸੀ। ਮਹਾਰਾਜ 1.25 ਲੱਖ ਰੁਪਈਆ ਮੇਰੀ ਫੀਸ ਹੋਵੇਗੀ, ਜਗ ਤੇ ਵੱਖਰੇ ਲੱਗਣਗੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਸੀਂ ਨਹੀਂ ਕਰਵਾ ਸਕਦੇ, ਇਹ ਤੇ ਕੋਈ ਵੱਡਾ ਰਾਜਾ ਮਹਾਰਾਜਾ ਹੋਵੇ ਤੇ ਉਹ ਹੀ ਕਰਵਾ ਸਕਦਾ। ਤੇ ਸਤਿਗੁਰਾਂ ਨੇ ਆਖਿਆ ਸੀ ਕੇਸੋ ਦਾਸ ਫਿਕਰ ਨਾ ਕਰ, ਮਾਇਆ ਦਾ ਪ੍ਰਬੰਧ ਹੋ ਜਾਏਗਾ, ਤੂੰ ਜਗ ਦਾ ਇੰਤਜ਼ਾਮ ਕਰ। ਕੁਝ ਲੋਕ ਇੰਨੀ ਗੱਲ ਸੁਣ ਕੇ ਉਲਟ ਹੋ ਜਾਂਦੇ। ਦੇਖੋ ਜੀ ਮਹਾਰਾਜ ਨੇ ਹਵਨ ਕਰਾਇਆ, ਪਰ ਹਵਨ ਵਿੱਚੋਂ ਸਿੱਖਿਆ ਕਿੰਨੀਆਂ ਦਿੱਤੀਆਂ ਉਹ ਨਹੀਂ ਕਿਸੇ ਨੇ ਵੀ ਲਈ। ਸਤਿਗੁਰੂ ਸਮਝਾਉਂਦੇ ਪਏ ਇਹ ਹਵਨ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਬੜਾ ਖਰਚਾ ਲੱਗਦਾ ਹੈ। ਜਿੰਨਾ ਖਰਚਾ ਲੱਗਦਾ ਉਨੀ ਪ੍ਰਾਪਤੀ ਨਹੀਂ ਹੈ। ਹੁਣ ਤੁਹਾਨੂੰ ਹਵਨ ਕਰਨ ਦੀ ਲੋੜ ਨਹੀਂ। ਕੜਾਹ ਪ੍ਰਸਾਦ ਦੀ ਦੇਗ ਜਦੋਂ ਬਣਾਓਗੇ ਇਹ ਤੁਹਾਡਾ ਹਵਨ ਹੀ ਹੁੰਦਾ ਪਿਆ। ਨਾਲੇ ਦੇਗ ਬਣਾ ਕੇ ਆਪ ਛਕੋ, ਨਾਲੇ ਸੰਗਤ ਨੂੰ ਛਕਾਓ। ਇਹ ਮਹਾਰਾਜ ਨੇ ਹਵਨ ਦਾ ਹੀ ਰੂਪ ਦਿੱਤਾ ਦੂਜਾ ਸਾਨੂੰ ਸੌਖੇ ਤਰੀਕੇ ਨਾਲ। ਕਹਿਣ ਲੱਗੇ ਹੁਣ ਕਰਮ ਧਰਮ ਨਹੀਂ ਕੋਈ ਕਰੇਗਾ, ਹੋਮ ਨਹੀਂ ਕੋਈ ਕਰੇਗਾ, ਜਗ ਵੀ ਨਹੀਂ ਕਰਨਾ ਪਵੇਗਾ, ਸਭ ਕੁਝ ਬਚਾਅ ਹੋ ਗਿਆ। ਇੱਕ ਪੰਡਤ ਆਇਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਬਾਰ। ਮਹਾਰਾਜ ਨੇ ਆਖਿਆ ਪ੍ਰਸ਼ਾਦਾ ਪਾਣੀ ਛਕੋ। ਕਹਿਣ ਲੱਗਾ ਨਾ ਜੀ, ਇੱਥੇ ਤੇ ਕਈ ਜਾਤਾਂ ਦੇ ਲੋਕ ਬੈਠੇ ਤੇ ਮੈਂ ਤੇ ਨਹੀਂ ਇਹਨਾਂ ਨਾਲ ਬਹਿ ਕੇ ਖਾ ਸਕਦਾ। ਮੇਰੀ ਤੇ ਵੱਖਰੀ ਭੋਜਨ ਤਿਆਰ ਹੋਣਾ ਚਾਹੀਦਾ ਸੁਚਮਤਾ ਦੇ ਨਾਲ, ਔਰ ਨਾ ਮੈਂ ਇੱਥੇ ਬੈਠ ਸਕਦਾ, ਨਾ ਮੈਂ ਭੋਜਨ ਛਕ ਸਕਦਾ। ਕਈ ਜਾਤਾਂ ਦੇ ਲੋਕ ਨੇ, ਮੈਂ ਉੱਚਾ ਬ੍ਰਾਹਮਣ, ਮੈਂ ਆਪਣਾ ਬਣਾ ਕੇ ਛਕਦਾ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਉਹਦਾ ਵੀ ਇਲਾਜ ਸਾਡੇ ਕੋਲ ਹੈ। ਮਹਾਰਾਜ ਨੇ ਸੇਵਾਦਾਰ ਨੂੰ ਆਖਿਆ ਵੀ ਜਿੰਨੀ ਸਮੱਗਰੀ ਇਹਨੂੰ ਚਾਹੀਦੀ ਹੈ ਨਾ ਬਣਾਉਣ ਵਾਸਤੇ ਸਾਰੀ ਦੇ ਦਿਓ। ਜਿੰਨੇ ਚੌਲ ਚਾਹੀਦੇ, ਆਟਾ ਚਾਹੀਦਾ, ਦਾਲ ਚਾਹੀਦੀ ਆ, ਹੋਰ ਕੋਈ ਮਸਾਲਾ ਚਾਹੀਦਾ, ਮਿੱਠਾ ਚਾਹੀਦਾ, ਘਿਓ ਚਾਹੀਦਾ, ਜੋ ਚਾਹੀਦਾ ਨੇ ਮੰਗਦਾ ਇਹਨੂੰ ਦੇ ਦਿਓ, ਆਪੇ ਬਣਾ ਲਵੇ।
ਸੇਵਾਦਾਰ ਨੇ ਉਸ ਵੇਲੇ ਪੁੱਛਿਆ ਕੀ ਚਾਹੀਦਾ। ਜੋ ਜੋ ਇਹਨੇ ਦੱਸਿਆ ਕੱਢ ਕੇ ਉਸੇ ਵੇਲੇ ਹਾਜ਼ਰ ਕੀਤਾ। ਲੈ ਕੇ ਚੱਲ ਪਿਆ। ਮੈਂ ਰਸਤੇ ਵਿੱਚ ਜਾ ਕੇ ਆਪਣਾ ਸੁਚਮਤਾਈ ਦੇ ਨਾਲ ਬਣਾਵਾਂਗਾ, ਫਿਰ ਛਕਾਂਗਾ। ਰਸਤੇ ਵਿੱਚ ਜਾਂਦਾ ਜਾਂਦਾ ਭੁੱਖ ਲੱਗੀ, ਵਿਚਾਰ ਬਣਿਆ ਹੁਣ ਬਣਾ ਕੇ ਛਕਾਂ। ਜਦੋਂ ਚੁੱਲ੍ਹਾ ਪੱਟਣ ਲੱਗਾ ਨਾ, ਤੇ ਜਿੱਥੇ ਚੁੱਲ੍ਹਾ ਪੱਟਦਾ ਪਿਆ ਬੜੀ ਮਿਹਨਤ ਨਾਲ ਚੁੱਲ੍ਹਾ ਪੱਟਿਆ ਵੀ ਹੁਣ ਚੁੱਲ੍ਹਾ ਬਣਾ ਕੇ ਭੋਜਨ ਛਕਾ, ਥੱਲਿਓਂ ਹੱਡ ਨਿਕਲ ਆਇਆ। ਕੀਤੀ ਕਰਾਈ ਮਿਹਨਤ ਸਾਰੀ ਮਿੱਟੀ ਹੋ ਗਈ। ਭੁੱਖ ਲੱਗੀ ਹੈ, ਚੁੱਲ੍ਹਾ ਪੱਟਿਆ, ਹੱਡੀ ਨਿਕਲ ਆਈ ਹੈ। ਇਹ ਥਾਂ ਬੜਾ ਮਲੀਨ ਹੈ, ਬੜਾ ਅਪਵਿੱਤਰ ਹੈ, ਦੁਸ਼ਟ ਥਾਂ ਹੈ, ਇੱਥੇ ਮੁਰਦਾ ਪਿਆ ਹੋਇਆ, ਇੱਥੇ ਨਹੀਂ। ਹੋਰ ਅੱਗੇ ਚੱਲ ਪਿਆ। ਦਿਨ ਦਾ ਚੜ੍ਹਾਅ ਹੁੰਦਾ ਜਾਂਦਾ, ਭੁੱਖ ਵੱਧਦੀ ਜਾਂਦੀ ਹੈ। ਅਗਲੀ ਥਾਂ 'ਤੇ ਜਾ ਕੇ ਫਿਰ ਚੁੱਲ੍ਹਾ ਪੱਟਿਆ, ਉੱਥੋਂ ਫਿਰ ਜਾ ਕੇ ਕੋਈ ਗੰਦਗੀ ਨਿਕਲ ਆਈ। ਬੜਾ ਹੈਰਾਨ ਹੈ, ਭੁੱਖ ਵੱਧਦੀ ਪਈ ਹੈ, ਕਾਮਯਾਬ ਹੋ ਨਹੀਂ ਰਿਹਾ। ਤੀਜੀ ਥਾਂ 'ਤੇ ਫਿਰ ਜਾ ਕੇ ਚੁੱਲ੍ਹਾ ਪੱਟਿਆ ਅਤੇ ਉਹਦੇ ਥੱਲਿਓਂ ਫਿਰ ਹੱਡ ਨਿਕਲ ਆਏ। ਹੁਣ ਭੁੱਖ ਨੇ ਬੇਬਲ ਕਰ ਦਿੱਤਾ, ਬੜਾ ਦੁਖੀ ਕਰ ਦਿੱਤਾ। ਭੁੱਖ ਤੋਂ ਦੁਖੀ ਹੋ ਕੇ ਬੈਠ ਗਿਆ। ਤਿੰਨਾਂ ਥਾਵਾਂ 'ਤੇ ਕੋਸ਼ਿਸ਼ ਕੀਤੀ ਹੈ, ਭੋਜਨ ਬਣਾਉਣ ਵਾਸਤੇ ਜਗ੍ਹਾ ਹੀ ਨਹੀਂ ਮਿਲੀ। ਫਿਰ ਆਵਾਜ਼ ਆਈ, ਐ ਬ੍ਰਾਹਮਣ, ਤੂੰ ਜਾਤੀ ਦਾ ਹੰਕਾਰ ਚੁੱਕੀ ਫਿਰਦਾ। ਜਿਹੜਾ ਲੰਗਰ ਛੱਡ ਕੇ ਆਇਆ ਉਹ ਲੰਗਰ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਹੈ। ਜਾਤ ਪਾਤ ਰੂਪ ਰੰਗ ਵੱਲ ਨਾ ਵੇਖ, ਜਿਹੜੀ ਸੁਚਮਤਾਈ ਉੱਥੇ ਉਹ ਕਿਤੇ ਨਹੀਂ ਮਿਲਦੀ। ਇਹ ਮਾਨ ਨੂੰ ਲਾ ਦੇ, ਪਰੇ ਕਰ ਦੇ, ਤੇ ਜਾ ਕੇ ਭੋਜਨ ਛਕ, ਤੈਨੂੰ ਪ੍ਰਸੰਨਤਾ ਪ੍ਰਾਪਤ ਹੋਵੇਗੀ। ਮਨ ਦਾ ਹੰਕਾਰ ਟੁੱਟਿਆ ਤੇ ਮੁੜਿਆ ਵਾਪਸ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਤੇ ਭੁੱਲ ਬਖਸ਼ਾਈ, ਲੰਗਰ ਵਿੱਚ ਬੈਠ ਕੇ ਭੋਜਨ ਛਕਿਆ। ਲੰਗਰ ਵਿੱਚ ਬੈਠ ਕੇ ਭੋਜਨ ਛਕਿਆ। ਬੁਰਕੀ ਮੂੰਹ ਵਿੱਚ ਪਾਈ ਹੈ, ਗਰਾਈ ਮੂੰਹ ਵਿੱਚ ਪਾਈ ਹੈ ਤੋੜ ਕੇ। ਕਹਿਣ ਲੱਗੇ ਇੰਨਾ ਸਵਾਦ ਆਇਆ, ਇੰਨਾ ਰਸ ਆਇਆ, ਇੰਨਾ ਆਨੰਦ ਆਇਆ ਵੀ ਇੰਨਾ ਕਦੇ ਇਹਨੂੰ ਪਹਿਲਾਂ ਜ਼ਿੰਦਗੀ 'ਚ ਨਹੀਂ ਆਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕੁਝ ਲੋਕ ਧਰਮ ਦੇ ਕਰਮ ਕਰਦੇ ਨੇ, ਪਰ ਉਹਨਾਂ ਕਰਮਾਂ ਨੂੰ ਕਰਮਕਾਂਡ ਬਣਾ ਲੈਂਦੇ। ਕਰਮਕਾਂਡ ਕੀ ਹੈ ਵੀ ਜੇ ਚੁੱਲ੍ਹੇ ਵਿੱਚ ਲੱਕੜਾਂ ਵੀ ਬਾਲਣੀਆਂ ਨੇ ਤੇ ਪਹਿਲਾਂ ਲੱਕੜਾਂ ਧੋਤੀਆਂ ਜਾਣਗੀਆਂ। ਜੇ ਚੁੱਲ੍ਹਾ ਬਣਾਉਣਾ ਹੈ ਤੇ ਉਹ ਮਿੱਟੀ ਦੇ ਉੱਪਰ ਹੀ ਬਣਾਉਣਾ, ਤੇ ਉਹਨੂੰ ਗਾਂ ਦੇ ਗੋਬਰ ਦੇ ਨਾਲ ਲਿਪਣਾ ਹੈ ਤਾਂ ਚੁੱਲ੍ਹਾ ਮਨਜ਼ੂਰ ਹੋਵੇਗਾ। ਲੱਕੜ ਬਾਲਣੀ ਹੈ, ਉਹਨੂੰ ਧੋਣਾ ਪਵੇਗਾ। ਤੇ ਬਰਤਨ ਜਿਹੜੇ ਨੇ ਮਾਂਜ ਕੇ ਸਾਫ਼ ਕਰਕੇ, ਕਿਸੇ ਦਾ ਹੱਥ ਨਹੀਂ ਲੱਗਣ ਦੇਣਾ, ਕਿਸੇ ਦਾ ਪਰਛਾਵਾਂ ਨਹੀਂ ਪੈਣ ਦੇਣਾ। ਮਹਾਰਾਜ ਕਹਿਣ ਲੱਗੇ, ਗੋਹੈ ਅਤੇ ਲੱਕੜੀ ਅੰਦਰ ਕੀੜਾ। ਐਸੇ ਬ੍ਰਾਹਮਣ ਨੂੰ ਹੀ ਆਖਿਆ ਸੀ। ਕਹਿਣ ਲੱਗੇ, ਲੱਕੜ ਬਾਹਰੋਂ ਤੇ ਧੋ ਲਈ ਹੈ, ਲੱਕੜ ਦੇ ਵਿੱਚ ਨਿੱਕੇ ਨਿੱਕੇ ਜੀਵ ਰੱਬ ਨੇ ਬਿਠਾਏ ਨੇ, ਜਿਵੇਂ ਸਿਉਂਕ ਵਰਗੇ। ਕਈ ਲੱਕੜਾਂ ਸੁੱਕ ਜਾਂਦੀਆਂ ਨੇ ਨਿੱਕੀਆਂ ਨਿੱਕੀਆਂ, ਉੱਤੇ ਮੋਰੀਆਂ ਹੋ ਜਾਂਦੀਆਂ, ਉਹਦੇ ਵਿੱਚ ਕਈ ਤਰ੍ਹਾਂ ਦੇ ਜੀਵ ਬੈਠੇ ਨੇ। ਬਾਹਰੋਂ ਤੇ ਲੱਕੜ ਧੋੜੀ ਹੈ, ਜਿਹੜੇ ਵਿੱਚ ਜੀਵ ਬੈਠੇ ਉਹ ਅੱਗ ਵਿੱਚ ਸੜਨਗੇ, ਤੇਰਾ ਤੇ ਭੋਜਨ ਹੀ ਭ੍ਰਿਸ਼ਟ ਹੋ ਗਿਆ। ਸੁੱਕਾ ਗੋਹਾ ਲੈ ਕੇ ਚੁੱਲ੍ਹੇ ਵਿੱਚ ਬਾਲੇਗਾ, ਗੋਹੇ ਦੀ ਪਾਥੀ ਵਿੱਚ ਪਤਾ ਨਹੀਂ ਕਿੰਨੀਆਂ ਕੁ ਮੱਖੀਆਂ, ਕਿੰਨੇ ਕੁ ਮੱਛਰ, ਕਿੰਨੇ ਕੁ ਜੀਵ ਬੈਠੇ। ਪਾਤਸ਼ਾਹ ਕਹਿਣ ਲੱਗੇ, ਗੋਹਾ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਜਿਹੜਾ ਆਪਾਂ ਅੰਨ ਛਕਦੇ ਹਾਂ ਨਾ, ਪ੍ਰਸ਼ਾਦਾ ਛਕਦੇ ਹਾਂ, ਫਲ ਛਕਦੇ ਹਾਂ, ਕੋਈ ਵੀ ਭੋਜਨ ਛਕਦੇ ਹਾਂ, ਉਹ ਵੀ ਤਾਂ ਜੀਵ ਹੀ ਨੇ ਨਾ। ਤੇ ਪਾਤਸ਼ਾਹ ਕਹਿਣ ਲੱਗੇ, ਫਿਰ ਤੂੰ ਆਖਦਾ ਹੈ ਕਿ ਮੈਂ ਲੱਕੜ ਧੋਤੀ ਹੈ ਵੀ ਜੀਵ ਹੱਤਿਆ ਨਾ ਹੋ ਜਾਵੇ। ਜਿਹੜੀ ਵਿੱਚ ਬੈਠੇ ਨੇ ਜੀਵ, ਉਹਨਾਂ ਦੀ ਹੱਤਿਆ ਤੇ ਹੋ ਗਈ। ਇਹ ਕਰਮਕਾਂਡ ਹੈ ਗੁਰਮੁਖੋ, ਕਿ ਅੱਗ ਨੂੰ ਬਾਲਣ ਤੋਂ ਪਹਿਲਾਂ ਲੱਕੜੀ ਧੋਤੀ ਜਾਵੇ, ਚੁੱਲ੍ਹੇ ਨੂੰ ਲਿਪਿਆ ਜਾਵੇ, ਪੋਚਿਆ ਜਾਵੇ। ਇਹਨਾਂ ਭਰਮਾਂ ਤੋਂ ਸਤਿਗੁਰਾਂ ਨੇ ਉੱਪਰ ਚੁੱਕਿਆ। ਰਹਿਓ ਜਗ ਧਰਮ ਕਰਮ ਹੋਮ ਜਗ ਆਦ। ਹੋਮ ਕਰਨੇ, ਜਗ ਕਰਨੇ, ਕਰਮ ਦੇ ਧਰਮ ਦੇ ਕਰਮ ਕਰਨੇ, ਕਰਮ ਕਾਂਡ ਕਰਨਾ, ਇਹ ਤੋਂ ਮਹਾਰਾਜ ਨੇ ਸਿੱਖਾਂ ਨੂੰ ਦੂਰ ਕਰ ਦਿੱਤਾ ਹੈ। ਤੁਰਕ ਬਿਨਾਸ਼ਤਾ ਕੋ ਪਾਏ ਸਭ ਕੋਏ। ਤੇ ਮਹਾਰਾਜ ਜੀ ਹੁਣ ਸੰਸਾਰ ਦੇ ਵਿੱਚ ਤੁਰਕਾਂ ਨੂੰ ਨਾਸ ਕਰਨਗੇ। ਤੁਰਕਾਂ ਤੋਂ ਭਾਵ ਇਹ ਨਹੀਂ ਲੈ ਲੈਣਾ ਵੀ ਸਾਰੇ ਮੁਸਲਮਾਨ। ਮਹਾਰਾਜ ਦਾ ਕਿਸੇ ਧਰਮ ਦੇ ਨਾਲ, ਕਿਸੇ ਖਾਸ ਵਿਅਕਤੀ ਦੇ ਨਾਲ ਕੋਈ ਵੈਰ ਨਹੀਂ ਹੈ। ਮੁਸਲਮਾਨਾਂ ਵਿੱਚ ਉਹ ਵੀ ਹੋਏ ਨੇ ਜਿਹੜੇ ਗੁਰੂ ਘਰ ਦੇ ਸੇਵਾਦਾਰ ਵੀ ਹੋਏ, ਗਣੀ ਖਾਂ, ਨਬੀ ਖਾਂ। ਗੁਰੂ ਘਰ ਦੇ ਵਿੱਚ ਤੇ ਬੜੇ ਹੋਏ ਨੇ ਜਿਹੜੇ ਮੁਸਲਮਾਨ ਸਨ ਔਰ ਗੁਰੂ ਦੀ ਸੇਵਾ ਵਿੱਚ ਲੱਗੇ ਰਹੇ।
ਇੱਥੇ ਧਰਮ ਨੂੰ ਮਾੜਾ ਨਹੀਂ ਕਹਿਣਾ ਵੀ ਫਲਾਣਾ ਧਰਮ ਮਾੜਾ। ਜਿਹੜੇ ਲੋਕ ਧਰਮ ਦਾ ਓਟ ਆਸਰਾ ਲੈ ਕੇ ਜਾਂ ਕਹਿ ਲਈਏ ਵੀ ਧਰਮ ਦਾ ਮਖੌਟਾ ਪਾ ਕੇ ਕਰਨੇ ਪਾਪ, ਜਿਵੇਂ ਕਾਜੀ ਹੈ ਵਜ਼ੀਰ ਖਾਨ ਦਾ, ਕਹਿੰਦਾ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਿਓ। ਇਸਲਾਮ ਕਹਿੰਦਾ ਬੱਚੇ ਨੂੰ ਮਾਰਨਾ ਪਾਪ ਹੈ, ਪਰ ਕਾਜੀ ਧਰਮ ਦਾ ਹੀ ਬੰਦਾ ਹੋ ਕੇ ਧਰਮ ਨੂੰ ਵੇਚਦਾ ਪਿਆ ਆਪਣੇ ਲਾਲਚ ਵਾਸਤੇ। ਐਸੇ ਜਿਹੜੇ ਲੋਕ ਨੇ ਧਰਮ ਦਾ ਮੁਖੌਟਾ ਪਾਇਆ ਵੀ ਅਸੀਂ ਧਾਰਮਿਕ ਹਾਂ, ਧਰਮੀ ਹਾਂ, ਪਾਪ ਕਰਨ ਤੋਂ ਬਾਜ ਨਹੀਂ ਆਉਂਦੇ। ਜਿਵੇਂ ਔਰੰਗਜ਼ੇਬ ਹੈ, ਮੈਨੂੰ ਖੁਦਾ ਦਾ ਹੁਕਮ ਹੈ ਕਿ ਮੈਂ ਵੱਖਰਾ ਪੰਥ ਕੋਈ ਚੱਲਣ ਨਹੀਂ ਦੇਣਾ, ਇਸਲਾਮ ਵਧਾਉਣਾ ਹੈ। ਇਹੋ ਜਿਹਾ ਪੈ ਗਿਆ ਇਸ ਭਰਮ ਦੇ ਵਿੱਚ ਕਿ ਕਈ ਜੀਵਾਂ ਦੀ, ਕਈ ਇਨਸਾਨਾਂ ਦੀ, ਕਈ ਮਨੁੱਖਾਂ ਦੀ ਹੱਤਿਆ ਕੀਤੀ। ਜਿਹੜੇ ਐਸੇ ਲੋਕ ਨੇ ਉਹਨਾਂ ਨੂੰ ਤੇ ਮਹਾਰਾਜ ਨਾਸ ਕਰਨਗੇ ਜ਼ਰੂਰ, ਉਹਨਾਂ ਨੂੰ ਸਜ਼ਾ ਮਿਲੇਗੀ ਗੁਰੂ ਖਾਲਸੇ ਕੋਲੋਂ। ਜਿਹੜਾ ਕਿਸੇ ਦੀ ਬਹੂ ਬੇਟੀ ਦਾ ਅਪਹਰਨ ਕਰ ਲੈਂਦਾ, ਕਿਸੇ ਗਰੀਬ ਦੇ ਉੱਪਰ ਜ਼ੁਲਮ ਕਰਦਾ, ਗਊ ਹੱਤਿਆ, ਗਰੀਬ ਹੱਤਿਆ ਕਰਦਾ, ਉਹਦਾ ਤੇ ਨਾਸ਼ ਜ਼ਰੂਰ ਹੋਵੇਗਾ। ਪਰ ਇਹ ਬਚਨ ਨਹੀਂ ਲੈਣਾ ਵੀ ਮਹਾਰਾਜ ਮੁਸਲਮਾਨਾਂ ਨੂੰ ਮਾਰ ਦੇਣਗੇ। ਭਾਈ ਮਤੀ ਦਾਸ ਨੇ ਆਖਿਆ ਨਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਆਗਿਆ ਹੋਵੇ 1 ਸਕਿੰਟ ਲਾਵਾਂਗਾ ਪੂਰੀ ਮੁਸਲਮਾਨ ਕੌਮ ਖਤਮ ਕਰ ਸਕਦਾ। ਤੇ ਮਹਾਰਾਜ ਨੇ ਆਖਿਆ ਸੀ ਪੂਰੀ ਮੁਸਲਮਾਨ ਕੌਮ ਨੇ ਕੀ ਵਿਗਾੜਿਆ, ਸਾਰਿਆਂ ਨੇ ਕੀ ਵਿਗਾੜਿਆ, ਕਿਉਂ ਮਾਰੀਏ। ਦੂਜੀ ਬੇਨਤੀ ਹੋਈ ਮਹਾਰਾਜ ਹੁਕਮ ਹੋਵੇ ਤੇ ਦਿੱਲੀ ਦੀ ਸਾਰੀ ਜਨਤਾ ਚੁੱਕ ਕੇ ਜਮਨਾ ਵਿੱਚ ਸੁੱਟਾਂ। ਮਹਾਰਾਜ ਕਹਿਣ ਲੱਗੇ ਦਿੱਲੀ ਦੇ ਲੋਕਾਂ ਨੇ ਕੀ ਵਿਗਾੜਿਆ, ਕਿਉਂ ਸੱਟੀਏ। ਮਹਾਰਾਜ ਔਰੰਗਜ਼ੇਬ ਦੀ ਫੌਜ ਜਿੰਨੇ ਇਹਦੇ ਵਿਅਕਤੀ ਨੇ ਉਹਨਾਂ ਨੂੰ ਦੰਡ ਮਿਲਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਨਹੀਂ ਮਤੀ ਦਾਸ, ਅਸੀਂ ਕਿਸੇ ਨੂੰ ਦੰਡ ਨਹੀਂ ਦੇਣਾ। ਪੂਰਾ ਨਿਆਓ ਕਰੇ ਕਰਤਾਰ, ਉਹ ਉੱਪਰ ਬੈਠਾ ਨਿਆਂ ਕਰਨ ਵਾਲਾ। ਸਾਡਾ ਕਿਸੇ ਜਾਤੀ ਨਾਲ, ਕਿਸੇ ਧਰਮ ਨਾਲ ਕੋਈ ਵੈਰ ਨਹੀਂ। ਤੂੰ ਕਰਤਾਰ ਦੇ ਰੰਗ ਵੇਖ ਵੀ ਉਹ ਕੀ ਕਰਦਾ। ਇੱਥੇ ਇਹ ਬਚਨ ਹੈ ਜਿਹੜਾ ਧਰਮ ਨੂੰ ਦੁੱਖ ਦੇਣ ਵਾਲਾ ਹੈ, ਗਰੀਬ ਨੂੰ ਦੁੱਖ ਦੇਣ ਵਾਲਾ ਹੈ, ਉਹਦਾ ਅੰਤ ਗੁਰੂ ਨੇ ਵੀ ਕਰਨਾ ਹੈ, ਉਹਦਾ ਅੰਤ ਖਾਲਸੇ ਨੇ ਵੀ ਕਰਨਾ ਹੈ। ਪ੍ਰਗਟਿਓ ਸੋ ਪੰਥ ਗ੍ਰੰਥ ਬਿੰਦਤੈ ਭਗਤ ਨਿਤ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਿਦਤੈ, ਇਹ ਜਿਹੜਾ ਸਾਡਾ ਖਾਲਸਾ ਪ੍ਰਗਟ ਹੋਇਆ ਇਹ ਹੁਣ ਬਿਦਤੈ ਕਹੀਏ ਪ੍ਰਸਿੱਧ ਹੋਵੇਗਾ ਜਗਤ ਵਿੱਚ। ਦੋਹੀ ਫਿਰੈ ਅਕਾਲ ਕੀ, ਅਕਾਲ ਪੁਰਖ ਦੀ ਦੋਹੀ ਫਿਰੇਗੀ, ਡੰਕਾ ਵੱਜੇਗਾ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਾ ਮਿਲेंगे। ਇਹ ਬਚਨ ਇੱਕ ਨਾ ਇੱਕ ਦਿਨ ਪੂਰਾ ਜ਼ਰੂਰ ਹੋਵੇਗਾ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਖਾਲਸਾ ਪ੍ਰਗਟ ਹੋਇਆ ਹੈ, ਇਸ ਸੰਸਾਰ ਵਿੱਚ ਭਗਤੀ ਪ੍ਰਗਟ ਕਰੇਗਾ। ਸਾਡੇ ਸਿੱਖ ਤਲਵਾਰ ਦੇ ਨਾਲ ਨਾਲ ਮਾਲਾ ਵੀ ਫੇਰਿਆ ਕਰਨਗੇ, ਕੱਲੀ ਤਲਵਾਰ ਨਹੀਂ। ਮੁਗਲਾਂ ਦੇ ਹੱਥ ਵਿੱਚ ਕੱਲੀ ਤਲਵਾਰ ਹੈ, ਜ਼ੁਲਮੀ ਬਣ ਗਏ, ਪਾਪ ਕਰਨ ਵਾਲੇ ਬਣ ਗਏ। ਸੰਤ ਜਿਹੜੇ ਸਨ ਕੱਲੀ ਮਾਲਾ ਲੈ ਕੇ ਜੰਗਲ ਵਿੱਚ ਚਲੇ ਗਏ। ਮਹਾਰਾਜ ਕਹਿਣ ਲੱਗੇ ਨਹੀਂ, ਅਸੀਂ ਆਪਣੇ ਸਿੱਖ ਨੂੰ ਮਾਲਾ ਵੀ ਦੇਵਾਂਗੇ, ਤਲਵਾਰ ਵੀ ਦੇਵਾਂਗੇ। ਇਹ ਘਰ ਪਰਿਵਾਰ ਵਿੱਚ ਰਹੇਗਾ, ਮਾਲਾ ਦੇ ਸਮੇਂ ਮਾਲਾ ਫੇਰੇਗਾ, ਦੁਸ਼ਟ ਨੂੰ ਦੰਡ ਦੇਣ ਦੇ ਸਮੇਂ ਤਲਵਾਰ ਚਲਾਏਗਾ। ਐਸਾ ਅਸੀਂ ਇਹ ਖਾਲਸਾ ਪੈਦਾ ਕੀਤਾ ਜਿਹੜਾ ਸੰਤ ਸਿਪਾਹੀ ਹੋਵੇਗਾ। ਸ਼ਾਂਤ ਵਰਤਾਏ ਕੈ ਧਰਾ ਕੋ ਭਾਰ ਖੋਏ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਖਾਲਸਾ ਪੰਥ ਪ੍ਰਗਟ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਤੇ ਭਗਤੀ ਇਹਨਾਂ ਨੂੰ ਦੱਸ ਕੇ ਐਸੀ ਸ਼ਾਂਤੀ ਵਰਤਾਵਾਂਗੇ, ਧਰਤੀ ਦਾ ਪਾਪ, ਧਰਤੀ ਦਾ ਭਾਰ ਖਤਮ ਕਰ ਦਿਆਂਗੇ। ਬਚਨ ਆਉਂਦਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਦਾ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਧਰਤੀ ਤੇ ਪਾਪ ਵਧਿਆ ਤੇ ਧਰਤੀ ਨੇ ਫਰਿਆਦ ਕੀਤੀ ਹੈ, ਪ੍ਰਮਾਤਮਾ ਮੇਰੇ ਕੋਲੋਂ ਭਾਰ ਨਹੀਂ ਚੁੱਕਿਆ ਜਾਂਦਾ। ਤੇ ਅਕਾਲ ਪੁਰਖ ਨੇ ਆਖਿਆ ਧਰਤੀਏ ਕੋਈ ਗੱਲ ਨਹੀਂ, ਅਸੀਂ ਆਵਾਂਗੇ, ਆਪ ਆਵਾਂਗੇ, ਸੰਸਾਰ ਤੇ ਆਵਾਂਗੇ, ਨਾਮ ਜਪਾਵਾਂਗੇ, ਤੇਰੇ ਪਾਪ ਨੂੰ ਭਾਰ ਨੂੰ ਦੂਰ ਕਰਾਂਗੇ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਉਂਦਿਆਂ ਹੀ ਦੁਨੀਆ ਤੇ ਪਹਿਲਾ ਬਚਨ ਆਖਿਆ ਵਾਹਿਗੁਰੂ। ਇਹ ਬਚਨ ਕਹਿੰਦਿਆਂ ਨਾਲ ਹੀ ਧਰਤੀ ਦਾ ਭਾਰ ਚੁੱਕਿਆ ਤੇ ਧਰਤੀ ਨੂੰ ਸ਼ਾਂਤੀ ਬਖਸ਼ੀ। ਗੁਰੂ ਨਾਨਕ ਦੇਵ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਜਿੰਨੇ ਗੁਰੂ ਸਾਹਿਬਾਨ ਹੋਏ, ਸਤਨਾਮ ਦਾ ਚੱਕਰ ਫੈਲਾਇਆ। 10ਵੇਂ ਪਾਤਸ਼ਾਹ ਨੇ ਅੱਜ ਖਾਲਸਾ ਪ੍ਰਗਟ ਕੀਤਾ ਹੈ। ਇਹ ਖਾਲਸਾ ਪੰਥ ਬਾਣੀ ਪੜ੍ਹੇਗਾ, ਨਾਮ ਜਪੇਗਾ, ਸਿਮਰਨ ਕਰੇਗਾ। ਇਹਦੇ ਸਿਮਰਨ ਦੇ ਨਾਲ, ਇਹਦੇ ਨਾਮ ਦੇ ਨਾਲ ਧਰਤੀ ਦਾ ਭਾਰ ਖਤਮ ਹੋ ਜਾਏਗਾ। ਧਰਤੀ ਜੋ ਪਾਪਾਂ ਦੇ ਨਾਲ ਦੱਬੀ ਪਈ ਹੈ,
ਪਾਪੀ ਵੀ ਖਤਮ ਹੋਣਗੇ, ਧਰਤੀ ਦੇ ਪਾਪ ਵੀ ਖਤਮ ਹੋ ਜਾਣਗੇ, ਕਿਉਂਕਿ ਨਾਮ ਗੁਰਮੁਖੋ ਦਾਤ ਹੀ ਏਡੀ ਵੱਡੀ ਹੈ। ਨਾਮ ਜਪਣ ਵਾਲਾ ਆਪ ਤੇ ਤਰੇਗਾ, ਉਹਦੇ ਨਾਮ ਨੂੰ ਸੁਣ ਕੇ ਕਈ ਤਰ ਜਾਣਗੇ। ਐਸੀ ਨਾਮ ਦੀ ਵੱਡੀ ਬਖਸ਼ਿਸ਼ ਹੈ। ਅਪਸਰਾ ਨਾਚ ਕਰੈ ਹਿਰਦੈ ਦੇਵ ਮੋਦ ਧਰੈ। ਕਹਿਣ ਲੱਗੇ ਜਿਹੜੇ ਦੇਵਤੇ ਨੇ ਉਹ ਸਵਰਗ ਲੋਕ ਵਿੱਚ ਬੈਠੇ ਬੜੇ ਪ੍ਰਸੰਨ ਨੇ, ਤੇ ਉਹਨਾਂ ਦੇਵਤਿਆਂ ਦੀਆਂ ਇਸਤਰੀਆਂ ਜਿਹੜੀਆਂ ਨਿਰਤਕਾਰੀ ਕਰਦੀਆਂ ਪਈਆਂ, ਨਿਰਤ ਕਲਾ ਦੇ ਵਿੱਚ ਵਿਚਰ ਕੇ ਆਪਣੇ ਵੱਲੋਂ ਧੰਨਵਾਦ ਕਰਦੀਆਂ ਹਨ। ਕੌਤਕ ਅਨੇਕ ਤੇ ਬਿਨੋਦਤ ਸਮੋਏ ਹੈ। ਅਨੇਕ ਤਰ੍ਹਾਂ ਦੇ ਗੁਰਮੁਖੋ ਕੌਤਕ ਸਵਰਗਾਂ ਦੇ ਵਿੱਚ ਹੋ ਰਹੇ ਨੇ। ਉਹ ਤਾਂ ਹੋ ਰਹੇ ਨੇ ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਖਾਲਸਾ ਪੰਥ ਪੈਦਾ ਕੀਤਾ। ਇਹ ਖਾਲਸਾ ਪੰਥ ਐਸਾ ਹੋਵੇਗਾ ਜਿਹੜਾ ਲੋਕਾਂ ਨੂੰ ਸ਼ਾਂਤੀ ਬਖਸ਼ੇਗਾ, ਹਿੰਦੂ ਧਰਮ ਦੀ ਰੱਖਿਆ ਵੀ ਹੋਵੇਗੀ, ਮੁਸਲਮਾਨ ਧਰਮ ਦੀ ਵੀ ਰੱਖਿਆ ਹੋਵੇਗੀ, ਸਾਰੇ ਧਰਮਾਂ ਦੀ ਰੱਖਿਆ ਵੀ ਕਰੇਗਾ, ਆਪਣੇ ਆਪ ਨੂੰ ਵੀ ਪ੍ਰਗਟ ਕਰੇਗਾ। ਐਸਾ ਇਹ ਪੰਥ ਮਹਾਰਾਜ ਨੇ ਚਲਾਇਆ ਹੈ। ਗੁਰੂ ਢਿਗ ਤਾਹੀ ਦਿਨ ਆਵਤ ਕਰਾਹ ਗਨ। ਕਹਿਣ ਲੱਗੇ ਵੀ ਗੁਰੂ ਪਾਤਸ਼ਾਹ ਜੀਆਂ ਦੇ ਕੋਲ ਉਸ ਵੇਲੇ ਬੇਅੰਤ ਸੰਗਤਾਂ ਆਉਂਦੀਆਂ, ਉਸ ਦਿਨ ਜਿਸ ਦਿਨ ਖਾਲਸਾ ਪੰਥ ਪੈਦਾ ਹੋਇਆ, ਪ੍ਰਗਟ ਹੋਇਆ, ਬੇਅੰਤ ਸੰਗਤਾਂ ਦੇ ਵੱਲੋਂ ਕੜਾਹ ਪ੍ਰਸਾਦ ਦੀ ਦੇਗ ਦੀ ਅਰਦਾਸ ਹੋਈ ਮਹਾਰਾਜ ਦੇ ਦਰਬਾਰ ਦੇ ਅੰਦਰ। ਹੋਤ ਅਰਦਾਸ ਵਰਤਾਵੇਂ ਚਿਤ ਚਾਏ ਕਰ। ਤੇ ਕਹਿਣ ਲੱਗੇ ਵੀ ਸੰਗਤਾਂ ਜਿਹੜੀਆਂ ਨੇ ਉਸ ਵੇਲੇ ਅਰਦਾਸ ਕਰਾਉਂਦੀਆਂ। ਅਰਦਾਸ ਕੀ ਕਰਾਉਂਦੀਆਂ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਂ ਕੇਸ ਰੱਖ ਲਵਾਂ। ਇਹ ਅਰਦਾਸ ਕਰਾਉਂਦੇ। ਜਦੋਂ ਮਹਾਰਾਜ ਨੇ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਬਖਸ਼ਿਆ ਨਾ, ਆਪਣੇ ਵਰਗਾ ਰੂਪ ਦਿੱਤਾ, ਉਹਨਾਂ ਦਾ ਰੂਪ ਵੇਖ ਕੇ ਸੰਗਤਾਂ ਬਲਿਹਾਰ ਜਾਂਦੀਆਂ। ਹੁਣ ਮਨ ਵਿੱਚ ਇਹ ਹੈ ਵੀ ਅਸੀਂ ਵੀ ਇਹਨਾਂ ਵਰਗੇ ਬਣ ਜਾਈਏ। ਫਿਰ ਸੰਗਤਾਂ ਕੜਾਹ ਪ੍ਰਸ਼ਾਦ ਭੇਟ ਕਰਦੀਆਂ, ਮਹਾਰਾਜ ਕਿਰਪਾ ਕਰੋ, ਮੈਨੂੰ ਕੇਸਾਂ ਦੀ ਦਾਤ ਬਖਸ਼ਿਸ਼ ਕਰੋ, ਮੈਂ ਵੀ ਸਿੱਖ ਸੱਜ ਜਾਵਾਂ। ਕੋਈ ਆਖਦਾ ਮਹਾਰਾਜ ਆ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਕਰੋ, ਮੈਨੂੰ ਕਕਾਰਾਂ ਦੀ ਰਹਿਤ ਰੱਖਣੀ ਆ ਜਾਵੇ। ਕੋਈ ਆਖਦਾ ਮਹਾਰਾਜ ਮੇਰੀ ਅਰਦਾਸ ਪ੍ਰਵਾਨ ਕਰੋ, ਮੈਨੂੰ ਅੰਮ੍ਰਿਤ ਵੇਲਾ ਸਾਹਮਣਾ ਆ ਜਾਵੇ। ਤੇ ਕੋਈ ਆਖਦਾ ਮਹਾਰਾਜ ਆ ਮੇਰੀ ਅਰਦਾਸ ਪ੍ਰਵਾਨ ਕਰੋ, ਮੈਨੂੰ ਵੀ ਅੰਮ੍ਰਿਤ ਛਕਾ ਕੇ ਇਹਨਾਂ ਪੰਜਾਂ ਵਰਗਾ ਹੀ ਬਣਾ ਦਿਓ। ਇਸ ਤਰ੍ਹਾਂ ਬੇਅੰਤ ਸੰਗਤਾਂ ਦੇ ਵੱਲੋਂ ਅਰਦਾਸਾਂ ਦਰਬਾਰ ਵਿੱਚ ਹੋਈਆਂ ਹਨ। ਆਸ਼ ਪਹਿਰੀ ਜੀਏ ਰਹਿਤ ਗੁਰ ਧੀਜੀਏ। ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਕੋਈ ਅਰਦਾਸ ਕਰਾਉਣ ਆਉਂਦਾ ਤੇ ਮਹਾਰਾਜ ਉਸ ਵੇਲੇ ਕਹਿਣ ਲੱਗੇ ਵੀ ਅੱਜ ਤੋਂ ਬਾਅਦ ਭਾਈ ਕਛਹਿਰਾ ਪਾ ਕੇ ਰੱਖਣਾ, ਜਿਹਨੂੰ ਆਪਾਂ ਕਹਿੰਦੇ ਆ ਸਹਿਜ ਧਾਰੀ ਸਿੱਖ। ਸਹਿਜ ਧਾਰੀ ਤੋਂ ਭਾਵ ਹੁੰਦਾ ਸਹਿਜੇ ਸਹਿਜੇ ਧਰਮ ਦੇ ਵਿੱਚ ਆਉਣ ਵਾਲਾ। ਮੰਨ ਲਓ ਵੀ ਕੇਸ ਕੱਟੇ ਨੇ, ਹੌਲੀ ਹੌਲੀ ਕੇਸ ਰੱਖ ਲੈ। ਕਕਾਰ ਨਹੀਂ ਪਾਏ, ਹੌਲੀ ਹੌਲੀ ਕਕਾਰ ਪਾਉਣ ਲੱਗ ਪਿਆ। ਅੰਮ੍ਰਿਤ ਨਹੀਂ ਛਕਿਆ ਤੇ ਮਨ ਬਣਾ ਕੇ ਅੰਮ੍ਰਿਤ ਛਕ ਲਿਆ, ਬਾਣੀ ਪੜ੍ਹਨ ਲੱਗ ਪਿਆ। ਉਹਨੂੰ ਕਿਹਾ ਜਾਂਦਾ ਸਹਿਜ ਧਾਰੀ। ਸਹਿਜੇ ਸਹਿਜੇ ਪੜਾ ਪੜਾ ਕਰਕੇ, ਪੌੜੀ ਪੌੜੀ ਕਰਕੇ ਧਰਮ ਦੇ ਵਿੱਚ ਆ ਗਿਆ। ਪਰ ਜਿਹੜਾ ਉੱਥੇ ਹੀ ਖਲੋਤਾ, ਜੇ ਕੇਸ ਕੱਟੇ ਨੇ ਤੇ ਕੱਟੇ ਹੀ ਰਹਿਣ ਦਿੱਤੇ, ਕਕਾਰ ਨਹੀਂ ਪਾਏ ਤੇ ਨਹੀਂ ਪਾਏ, ਅੰਮ੍ਰਿਤ ਨਹੀਂ ਛਕਿਆ ਤੇ ਨਹੀਂ ਛਕਿਆ, ਤੇ ਆਖਿਆ ਮੈਂ ਤੇ ਸਹਿਜ ਧਾਰੀ ਹਾਂ, ਉਹ ਕੋਈ ਸਹਿਜ ਧਾਰੀ ਨਹੀਂ, ਉਹ ਤੇ ਇੱਕ ਬਹਾਨਾ ਹੈ। ਸਹਿਜ ਧਾਰੀ ਤੋਂ ਭਾਵ ਹੁੰਦਾ ਸਹਿਜੇ ਸਹਿਜੇ ਧਰਮ ਦੇ ਵਿੱਚ ਆਉਣ ਵਾਲਾ। ਜਿਹੜਾ ਧਰਮ ਦੇ ਵਿੱਚ ਆਇਆ ਹੀ ਨਹੀਂ, ਉੱਥੇ ਹੀ ਖਲੋਤਾ ਜਿੱਥੇ ਸਾਲ ਪਹਿਲਾਂ ਸੀ, 2 ਸਾਲ ਪਹਿਲਾਂ ਸੀ, ਆ 2 ਸਾਲਾਂ ਬਾਅਦ ਵੀ ਉਹ ਕੁਝ ਹੀ ਹੈ। ਉਹ ਸਹਿਜ ਧਾਰੀ ਨਹੀਂ ਹੈ, ਉਹ ਸਹਿਜ ਧਾਰੀ ਹੋਣ ਦਾ ਬਹਾਨਾ ਬਣਾਈ ਬੈਠਾ। ਸਾਡੇ ਵਿੱਚ ਵੀ ਕਈ ਐਸੇ ਸਰੀਰ ਹੁੰਦੇ, ਆਖ ਦਿੰਦੇ ਮੈਂ ਤੇ ਸਹਿਜ ਧਾਰੀ ਸਿੱਖ ਹਾਂ। ਤੂੰ 5 ਸਾਲ ਪਹਿਲਾਂ ਵੀ ਸਹਿਜ ਧਾਰੀ ਸੀ, ਅੱਜ ਵੀ ਸਹਿਜ ਧਾਰੀ ਹੈ, ਅਗਲੇ 50 ਸਾਲ ਵੀ ਤੂੰ ਸਹਿਜ ਧਾਰੀ ਰਹਿਣਾ, ਤੂੰ ਸਿੱਖ ਬਣਨਾ ਹੀ ਨਹੀਂ। ਸਹਿਜ ਧਾਰੀ ਤੋਂ ਭਾਵ ਹੁੰਦਾ ਹੈ ਅੱਜ ਥੋੜ੍ਹਾ ਬਦਲਿਆ, ਕੱਲ੍ਹ ਨੂੰ ਥੋੜ੍ਹਾ ਹੋਰ ਬਦਲਿਆ, ਪਰਸੋਂ ਥੋੜ੍ਹਾ ਹੋਰ ਬਦਲਿਆ, ਬਦਲਦਿਆਂ ਬਦਲਦਿਆਂ ਪੂਰਾ ਹੀ ਬਦਲ ਗਿਆ, ਸਿੰਘ ਸੱਜ ਗਿਆ। ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਸਿੰਘ ਬਣਨ ਤੋਂ ਪਹਿਲਾਂ ਉਹ ਸਹਿਜ ਧਾਰੀ ਹੈ। ਜਿਹੜਾ ਸਿੰਘ ਨਹੀਂ ਬਣਿਆ ਉਹ ਸਹਿਜ ਧਾਰੀ ਨਹੀਂ, ਉਹ ਬਹਾਨਾ ਬਣਾ ਕੇ ਬੈਠਾ। ਸਤਿਗੁਰਾਂ ਦੇ ਕੋਲ ਸੰਗਤ ਆਉਂਦੀ ਹੈ, ਮਹਾਰਾਜ ਕਹਿਣ ਲੱਗੇ ਭਾਈ ਸਹਿਜ ਧਾਰੀ ਹੋ ਜਾਓ। ਜਿਹੜਾ ਕਕਾਰ ਨਹੀਂ ਪਹਿਨਦਾ ਉਹਨੂੰ ਆਖਿਆ ਅੱਜ ਤੋਂ ਬਾਅਦ ਕਕਾਰ ਪਹਿਨਣੇ। ਤੇ ਕਕਾਰਾਂ ਦੇ ਵਿੱਚ ਸਭ ਤੋਂ ਜਿਹੜਾ ਕਕਾਰ ਉਹ ਹੈ ਕਛਹਿਰਾ। ਕਛਹਿਰੇ ਨੂੰ ਧਾਰਨ ਕਰਕੇ ਰੱਖਣਾ, ਜਤ ਸਤ ਵਿੱਚ ਪੱਕੇ ਰਹਿਣਾ ਹੈ, ਇਹ ਮਹਾਰਾਜ ਫਰਮਾਉਂਦੇ। ਜਦੋਂ ਕੋਈ ਅਰਦਾਸ ਕਰਾਉਂਦਾ ਨਾ ਆ ਕੇ, ਉੱਥੇ ਫਿਰ ਕਿਹਾ ਜਾਂਦਾ ਭਾਈ ਕਾਸ਼ ਪਹਿ ਰਿਜੀਏ, ਅੱਜ ਤੋਂ ਬਾਅਦ ਕਛਹਿਰਾ ਪਾ ਕੇ ਰੱਖੀ ਭਾਈ। ਕੋਈ ਦੂਜਾ ਆ ਗਿਆ, ਉਹਨੂੰ ਆਖਿਆ ਭਾਈ ਅੱਜ ਤੋਂ ਬਾਅਦ ਗੁਰੂ ਕੀ ਰਹਿਤ ਰੱਖਣੀ ਹੈ।
ਇਹ ਮੀਟ ਆਂਡੇ ਸ਼ਰਾਬ ਦੀ ਤੰਬਾਕੂ ਦੀ ਵਰਤੋਂ ਨਹੀਂ ਕਰਨੀ ਹੈ। ਇਸ ਤਰ੍ਹਾਂ ਮਹਾਰਾਜ ਨਾਲ ਮਰਿਆਦਾ ਸਮਝਾਉਂਦੇ ਹਨ। ਨਾਮ ਕੋ ਜਪੀਜੀਏ ਜਹਾਜ ਗੁਰ ਪਾਏ ਨਾਲ ਬਚਨ ਇਹ ਆਖਿਆ ਜਾਂਦਾ ਹੈ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਉੱਠਣਾ ਹੈ। ਪਹਿਲਾਂ ਤੂੰ ਕਿੰਨੇ ਵਜੇ ਉੱਠਦਾ ਸੀ ਉਹ ਵੱਖਰੀ ਗੱਲ ਹੈ, ਪਰ ਅੱਜ ਤੋਂ ਬਾਅਦ ਜੇ ਤੂੰ ਸਹਿਜਧਾਰੀ ਬਣਿਆ, ਜੇ 6 ਵਜੇ ਉੱਠ ਅੱਜ ਵੀ 9 ਵਜੇ ਉੱਠੇ, ਸਾਰਾ ਸਾਲ ਜਾਂ ਸਾਰੀ ਉਮਰ ਉੱਠਣਾ ਹੀ ਉਨੇ ਵਜੇ ਹੈ, ਤੇ ਫਿਰ ਅਸੀਂ ਅੰਮ੍ਰਿਤ ਵੇਲਾ ਕਦੋਂ ਸਾਂਭਾਂਗੇ, ਕਿਵੇਂ ਸਾਂਭਾਂਗੇ? ਮਹਾਰਾਜ ਦੇ ਦਰਬਾਰ ਵਿੱਚ ਅਰਦਾਸ ਹੁੰਦੀ ਹੈ, ਤੇ ਅਰਦਾਸ ਦੇ ਵਿੱਚ ਫਿਰ ਮਹਾਰਾਜ ਕਹਿਣ ਲੱਗੇ ਭਾਈ ਅੱਜ ਤੋਂ ਬਾਅਦ ਅੰਮ੍ਰਿਤ ਵੇਲਾ ਸਾਂਭਣਾ। ਪਹਿਲਾਂ ਕਿੰਨੇ ਵਜੇ ਉੱਠਦਾ ਸੀ, ਉਹ ਤੋਂ ਹੌਲੀ ਹੌਲੀ 5-5 10-10 ਮਿੰਟ ਘਟਾਉਣੇ ਸ਼ੁਰੂ ਕਰ ਦੇ। ਆਪਣੇ ਸਮੇਂ ਨੂੰ ਅੰਮ੍ਰਿਤ ਵੇਲੇ ਲੈ ਜਾ। ਕੁਝ ਦਿਨ ਪਹਿਲਾਂ ਔਖਾ ਲੱਗੇਗਾ, ਉੱਠਣਾ ਵੀ ਔਖਾ ਲੱਗੇਗਾ, ਨੀਂਦ ਵੀ ਆਵੇਗੀ, ਪਰ ਹੌਲੀ ਹੌਲੀ ਰੂਟੀਨ ਬਣ ਜਾਏਗਾ। ਫਿਰ ਤੈਨੂੰ ਅੰਮ੍ਰਿਤ ਵੇਲੇ ਆਪੇ ਹੀ ਜਾਗ ਆ ਜਾਏਗੀ। ਹੁਣ ਤੇ ਅਲਾਰਮ ਵੱਜਦਾ ਨਾ, ਸਾਨੂੰ ਤਾਂ ਵੀ ਜਾਗ ਨਹੀਂ ਆਉਂਦੀ। ਫਿਰ ਅਲਾਰਮ ਦੀ ਲੋੜ ਵੀ ਨਹੀਂ ਪਵੇਗੀ, ਆਪਣੇ ਆਪ ਹੀ। ਪਰ ਹੌਲੀ ਹੌਲੀ ਉੱਥੇ ਲਿਆਉਣਾ ਪਵੇਗਾ ਸਰੀਰ ਨੂੰ। ਸਤਿਗੁਰਾਂ ਦੇ ਦਰਬਾਰ ਵਿੱਚ ਅਰਦਾਸ ਹੁੰਦੀ ਹੈ, ਅਤੇ ਉੱਥੇ ਬਚਨ ਹੁੰਦਾ ਹੈ ਕਿ ਭਾਈ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਉੱਠਣਾ ਹੈ। ਅੰਮ੍ਰਿਤ ਵੇਲੇ ਉੱਠ ਕੇ ਜੇ 5 ਮਿੰਟ ਪਹਿਲਾਂ ਨਾਮ ਜਪਦਾ, ਹੁਣ 10 ਮਿੰਟ ਜਪਿਆ ਕਰ। 10 ਤੋਂ ਬਾਅਦ ਵਿੱਚ 20 ਮਿੰਟ ਜਪਿਆ ਕਰ। ਹੌਲੀ ਹੌਲੀ ਨਾਮ ਦੇ ਸਮੇਂ ਨੂੰ ਵਧਾ। ਇਹ ਗੁਰਮੁਖੋ ਸਹਿਜਧਾਰੀ ਦੀ ਮਰਿਆਦਾ ਹੈ, ਜਿਹਨੂੰ ਕਿਹਾ ਜਾਂਦਾ ਸਹਿਜਧਾਰੀ। ਨਾਮ ਦੇ ਸਮੇਂ ਵਿੱਚ ਵਾਧਾ ਕਰਨਾ, ਅੰਮ੍ਰਿਤ ਵਾਲੇ ਵੇਲੇ ਸਮੇਂ ਵਿੱਚ ਅੰਮ੍ਰਿਤ ਵੇਲਾ ਲੈ ਕੇ ਆਉਣਾ, ਇਹ ਹੈ ਸਹਿਜਧਾਰੀ। ਅਤੇ ਜਿਹਦਾ ਅੰਮ੍ਰਿਤ ਵੇਲਾ ਵੀ ਉਹੀ ਹੈ ਜਿਹੜਾ 10 ਸਾਲ ਪਹਿਲਾਂ ਸੀ, ਵੀ ਦਿਨ ਚੜ੍ਹੇ ਉੱਠਣਾ, ਨਾਮ ਕਦੇ ਜਪਿਆ ਨਹੀਂ, ਉਹ ਸਹਿਜਧਾਰੀ ਨਹੀਂ ਹੈ, ਉਹ ਬਹਾਨਾ ਬਣਾ ਕੇ ਬੈਠਾ ਹੋਇਆ। ਸਹਿਜਧਾਰੀ ਤੋਂ ਭਾਵ ਇਹ ਹੈ ਜਿਹੜਾ ਸਹਿਜੇ ਸਹਿਜੇ ਬਦਲੇ। ਪਾਤਸ਼ਾਹ ਇੱਥੇ ਬਚਨ ਕਰਦੇ ਕਹਿਣ ਲੱਗੇ ਨਾਮ ਕੋ ਜਪੀਜੀਏ ਜਹਾਜ ਗੁਰ ਪਾਏ ਕਰ। ਗੁਰੂ ਦਾ ਨਾਮ ਰੂਪੀ ਜਹਾਜ਼ ਪ੍ਰਾਪਤ ਕਰ ਲਓ। ਵਾਹਿਗੁਰੂ ਨਾਮ ਜਹਾਜ਼ ਹੈ। ਇਹ ਵਾਹਿਗੁਰੂ ਨਾਮ ਜਪਣਾ ਇਹ ਜਹਾਜ਼ ਹੈ। ਜਹਾਜ਼ ਚੜ੍ਹੇਗਾ ਤੇ ਸਮੁੰਦਰ ਪਾਰ ਹੋਵੇਗਾ, ਵਾਹਿਗੁਰੂ ਜਪੇਗਾ ਤੇ ਸੰਸਾਰ ਪਾਰ ਹੋ ਜਾਏਗਾ। ਐਸੀ ਦਾਤ ਮਹਾਰਾਜ ਬਖਸ਼ਦੇ ਹਨ। ਰਾਖਨੀ ਰਹਿਤ ਸੁਧ ਸਿੱਖੀ ਕੇ ਸਾਹਿਤ ਸਿੱਖ। ਅਗਲਾ ਬਚਨ ਹੋਇਆ, ਕਹਿਣ ਲੱਗੇ ਰਹਿਤ ਰੱਖਣੀ ਹੈ ਭਾਈ। ਪਹਿਲਾਂ ਤੂੰ ਝੂਠ ਮੀਠ ਖਾਂਦਾ ਸੀ, ਜੋ ਵੀ ਤੇਰਾ ਜੀਵਨ ਸੀ, ਕਿਵੇਂ ਦਾ ਵੀ ਭੋਜਨ ਛਕਦਾ, ਉਹ ਗੱਲ ਪਰੇ ਕਰ ਦੇ। ਅੱਜ ਤੋਂ ਬਾਅਦ ਰਹਿਤ ਰੱਖਣੀ ਹੈ 5 ਕਕਾਰਾਂ ਦੀ, ਆਪਣੇ ਖਾਣ ਪੀਣ ਦੀ, ਆਪਣੇ ਜੀਵਨ ਦੀ। ਆਪਣੇ ਜੀਵਨ ਨੂੰ ਉੱਚਾ ਰੱਖਣਾ। ਗੁਰਮੁਖੋ ਸਹਿਜਧਾਰੀ ਜਿਹੜੇ ਅਰਦਾਸ ਕਰਵਾਉਣ ਆਉਂਦੇ ਪਏ, 5 ਪਿਆਰਿਆਂ ਨੂੰ ਵੇਖ ਕੇ ਉਹਨਾਂ ਨੂੰ ਮਹਾਰਾਜ ਦੱਸਦੇ ਪਏ ਪਹਿਲਾਂ ਆਪਣਾ ਜੀਵਨ ਬਦਲੋ, ਹੌਲੀ ਹੌਲੀ ਸਿੱਖੀ ਵਿੱਚ ਆਓ। ਨਿਰਾ ਇਹ ਨਹੀਂ ਵੀ ਅਰਦਾਸ ਕਰਕੇ ਚਲੇ ਗਏ, ਰੋਜ਼ ਕੀਤਾ ਕੁਝ ਨਹੀਂ ਹੈ। ਉਦਮ ਕਰਨਾ ਪਵੇਗਾ। ਉਦਮ ਕਰਿੰਦਿਆ ਜੀਓ, ਇਹ ਬਾਣੀ ਦਾ ਬਚਨ ਹੈ। ਉਦਮ ਕਰ ਭਲਕੇ ਪ੍ਰਭਾਤੀ। ਉਦਮ ਜ਼ਰੂਰ ਕਰੇਗਾ, ਪ੍ਰਾਪਤੀ ਤਾਂ ਹੋਣੀ ਹੈ। ਨਿਰਾ ਬੈਠਾ ਹੀ ਰਵੇਗਾ ਕਿ ਆਪਣੇ ਆਪ ਕੁਝ ਨਹੀਂ ਹੁੰਦਾ। ਬੁਰਕੀ ਮੂੰਹ ਨੂੰ ਲੈ ਕੇ ਜਾਣੀ ਪੈਣੀ ਹੈ, ਤਾਂ ਮੂੰਹ ਵਿੱਚ ਪੈਣੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰਹਿਤ ਸੁਧ ਸਿੱਖੀ ਕੋ। ਸਿੱਖੀ ਕੇ ਸਾਹਿਤ ਸਿੱਖ। ਸਾਡਾ ਜਿਹੜਾ ਸਿੱਖ ਹੈ ਰਹਿਤ ਮਰਿਆਦਾ ਦੇ ਵਿੱਚ ਆਵੇ, ਔਰ ਪੂਰੀ ਪਾਬੰਦੀ ਦੇ ਨਾਲ ਰਹਿਤ ਵਿੱਚ ਆਵੇ। ਢਿੱਲਾ ਪਹਿਰਾ ਨਹੀਂ ਰੱਖਣਾ ਹੈ। ਮੇਰੋ ਸਿਰ ਤਾਜ ਸੋਏ ਸੰਸੈ ਹੋਣਾ ਕਾਇ ਕਰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਰਹਿਤ ਵਿੱਚ ਆਵੇਗਾ ਉਹ ਮੇਰਾ ਸ਼੍ਰੋਮਣੀ ਸਿੱਖ ਹੈ। ਸਿੱਖ ਤੇ ਬੜੇ ਨੇ, ਮੱਥਾ ਟੇਕਣ ਵਾਲੇ, ਨਮਸਕਾਰ ਕਰਨ ਵਾਲੇ, ਬੈਠਣ ਵਾਲੇ, ਭੋਜਨ ਛਕਣ ਵਾਲੇ, ਪਰ ਸ਼੍ਰੋਮਣੀ ਸਿੱਖ ਉਹ ਹੈ ਜਿਹੜਾ ਰਹਿਤ ਵਿੱਚ ਪੱਕਾ ਰਹੇਗਾ। ਜਿਹੜਾ ਰਹਿਤ ਵਿੱਚ ਪੱਕਾ ਨਹੀਂ, ਉਹ ਤੇ ਆਮ ਹੋ ਗਿਆ।
ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ। ਜਿਹੜਾ ਰਹਿਣੀ ਰਹਿਤ ਵਿੱਚ ਰਵੇਗਾ, ਗੁਰੂ ਦੀ ਦੱਸੀ ਮਰਿਆਦਾ ਵਿੱਚ ਰਵੇਗਾ, ਉਹ ਮੇਰਾ ਸਿੱਖ ਹੈ, ਉਹ ਮੇਰਾ ਸੇਵਕ ਹੈ। ਜਾਂ ਆਪਾਂ ਕਹਿ ਲਈਏ ਮਰਿਆਦਾ ਵਿੱਚ ਰਹਿਣ ਵਾਲੇ ਦਾ ਮੈਂ ਦਾਸ ਬਣ ਗਿਆ, ਮਰਿਆਦਾ ਵਿੱਚ ਰਹਿਣ ਵਾਲੇ ਨੂੰ ਮੈਂ ਆਪਣਾ ਸਾਹਿਬ ਮੰਨ ਲਿਆ। ਦਸਵੇਂ ਪਾਤਸ਼ਾਹ ਐਸੀ ਵਡਿਆਈ ਬਖਸ਼ਦੇ ਪਏ, ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ। ਤੇ ਗੁਰਮੁਖੋ ਇਹ ਰਹਿਤ ਸਾਡੇ ਵਿੱਚ ਘਾਟ ਹੈ, ਸਾਨੂੰ ਇਹ ਬਦਲਣੀ ਪਵੇਗੀ ਤਾਂ ਜਾ ਕੇ ਪ੍ਰਾਪਤੀ ਹੋਣੀ ਹੈ। ਰੋ ਵਿਚਾਰ ਮਹਾਰਾਜ ਕਹਿਣ ਲੱਗੇ, ਮੇਰੋ ਸਿੱਖ ਸੋਏ ਮੇਰੋ ਸਿਰਤਾਜ ਸੋਏ ਸੰਸੇ ਹੋਣਾ ਕਾਏ ਕਰ। ਉਹ ਮੇਰਾ ਸਿਰ ਦਾ ਤਾਜ ਸ਼੍ਰੋਮਣੀ ਸਿੱਖ ਹੈ, ਇਸ ਗੱਲ ਵਿੱਚ ਸ਼ੰਕਾ ਨਹੀਂ ਕਰਨਾ, ਭਰਮ ਨਹੀਂ ਰੱਖਣਾ। ਉਹ ਵਾਕਿਆ ਹੀ ਮੇਰਾ ਸ਼੍ਰੋਮਣੀ ਸਿੱਖ ਹੈ ਜਿਹੜਾ ਮਰਿਆਦਾ ਵਿੱਚ ਪੂਰਾ ਰਹਿੰਦਾ ਹੈ। ਅੰਮ੍ਰਿਤ ਕੋ ਪਾਨ ਕਰ ਅੰਮ੍ਰਿਤ ਧਿਆਨ ਧਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅੰਮ੍ਰਿਤ ਨੂੰ ਛਕਣਾ ਹੈ ਤੇ ਅਕਾਲ ਪੁਰਖ ਦਾ ਧਿਆਨ ਧਾਰਨ ਕਰਨਾ। ਜੇ ਅੰਮ੍ਰਿਤ ਛਕ ਕੇ ਅਕਾਲ ਪੁਰਖ ਦਾ ਧਿਆਨ ਨਹੀਂ ਨਾ ਧਾਰਿਆ, ਕਈ ਵਾਰੀ ਆਪਾਂ ਵੇਖਿਆ ਅੰਮ੍ਰਿਤਧਾਰੀ ਸਿੱਖ ਵੀ ਭੁੱਲ ਜਾਂਦੇ। ਅੰਮ੍ਰਿਤ ਛਕਿਆ ਹੋਇਆ ਪਰ ਉਹ ਵੀ ਮੜੀ ਤੇ ਜਾਂਦਾ ਪਿਆ, ਉਹ ਵੀ ਕਬਰ ਨੂੰ ਮੰਨਦਾ ਪਿਆ। ਅੰਮ੍ਰਿਤ ਛਕਿਆ ਹੋਇਆ ਉਹ ਵੀ ਪਖੰਡੀਆਂ ਦੇ ਕੋਲ ਜਿਹੜੇ ਡੇਰੇਦਾਰ ਬਣ ਕੇ ਵੇਖਦੇ ਆ। ਜਿਹੜਾ ਗੁਰੂ ਤੋਂ ਪਰੇ ਹੋ ਜਾਂਦਾ ਉਹ ਫਿਰ ਗੁਰੂ ਦੇ ਵਾਸਤੇ ਪਤਿਤ ਹੋ ਜਾਂਦਾ, ਡਿੱਗ ਜਾਂਦਾ ਧਰਮ ਦੇ ਵਿੱਚੋਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅੰਮ੍ਰਿਤ ਕੋ ਪਾਨ ਕਰ, ਅੰਮ੍ਰਿਤ ਛਕ ਕੇ। ਪਹਿਲਾ ਬਚਨ ਇਹ ਹੈ, ਅੰਮ੍ਰਿਤ ਧਿਆਨ ਧਰ, ਅਕਾਲ ਪੁਰਖ ਦਾ ਧਿਆਨ ਧਾਰਨਾ, ਉਹਦੇ ਬਿਨਾਂ ਕਿਸੇ ਦਾ ਧਿਆਨ ਨਹੀਂ ਕਰਨਾ, ਉਹਦੇ ਬਿਨਾਂ ਕਿਸੇ ਨੂੰ ਨਹੀਂ ਮੰਨਣਾ। ਇਹ ਅੰਮ੍ਰਿਤਧਾਰੀ ਸਿੱਖ ਵਾਸਤੇ ਪਹਿਲਾ ਬਚਨ ਹੈ। ਤੇ ਜਿਹੜਾ ਅਕਾਲ ਪੁਰਖ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਹੋਰਾਂ ਨੂੰ ਮੰਨਦਾ ਫਿਰੇ, ਉਹਨੂੰ ਆਪਾਂ ਅੰਮ੍ਰਿਤਧਾਰੀ ਨਹੀਂ ਮੰਨ ਸਕਦੇ, ਕਿਉਂਕਿ ਉਹਨੇ ਗੁਰੂ ਦਾ ਬਚਨ ਹੀ ਨਹੀਂ ਮੰਨਿਆ। ਤੇ ਗੁਰੂ ਦਾ ਬਚਨ ਮੰਨਣ ਵਾਲਾ ਹੀ ਗੁਰੂ ਦਾ ਸਿੱਖ ਹੋ ਸਕਦਾ। ਆਪਾਂ ਇਹ ਸਾਖੀ ਸਰਵਣ ਕਰਦੇ ਨਾ, ਮਹਾਰਾਜ ਸਾਹਿਬ ਜੀ ਦਾਦੂ ਦੁਆਰੇ ਜਦੋਂ ਗਏ ਮਹੰਤ ਨੂੰ ਮਿਲਣ ਵਾਸਤੇ, ਸੁਖਮਨੀ ਸਾਹਿਬ ਦਾ ਪਾਠ ਮਹਾਰਾਜ ਜ਼ੁਬਾਨੀ ਕਰਦੇ ਪਏ। ਤੇ ਸੁਖਮਨੀ ਸਾਹਿਬ ਦੇ ਪਾਠ ਦਾ ਜਿਸ ਵੇਲੇ ਭੋਗ ਪਿਆ ਤੇ ਮਹਾਰਾਜ ਦੇ ਹੱਥ ਵਿੱਚ ਤੀਰ ਫੜਿਆ ਹੋਇਆ, ਸਤਿਗੁਰਾਂ ਨੇ ਹੱਥ ਵਾਲਾ ਤੀਰ ਆਪਣੇ ਮਸਤਕ ਨੂੰ ਲਾ ਕੇ ਤੇ ਸੀਸ ਝੁਕਾਇਆ, ਨਮਸਕਾਰ ਕੀਤੀ ਸ਼ਸਤਰ ਨੂੰ, ਨਮਸਕਾਰ ਸ੍ਰੀ ਖੜਗ ਕੋ, ਸ਼ਸਤਰ ਨੂੰ ਨਮਸਕਾਰ ਕੀਤੀ, ਪਰਮੇਸ਼ਰ ਨੂੰ। ਸਿੱਖਾਂ ਨੇ ਜਾਣਿਆ ਸ਼ਾਇਦ ਸਾਹਮਣੇ ਮੜੀ ਹੈ, ਉਹਦੇ ਵੱਲ ਨਮਸਕਾਰ ਕੀਤੀ ਹੈ। ਪੁੱਛਿਆ, ਮਹਾਰਾਜ ਸਾਨੂੰ ਸਮਝਾਇਆ ਵੀ ਮੜੀ ਅੱਗੇ ਸਿਰ ਨਹੀਂ ਝੁਕਾਉਣਾ, ਤੁਸੀਂ ਆਪ ਕਿਉਂ ਝੁਕਾਇਆ? ਮਹਾਰਾਜ ਕਹਿਣ ਲੱਗੇ, ਅਸੀਂ ਪਾਠ ਪੂਰਾ ਕਰਕੇ ਫਤਿਹ ਬੁਲਾਈ ਹੈ, ਅਸੀਂ ਵੇਖਿਆ ਨਹੀਂ ਵੀ ਸਾਹਮਣੇ ਕੀ ਹੈ, ਚਲੋ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਸਾਨੂੰ ਤਨਖਾਹ ਲਾਓ। ਇੰਨਾ ਉੱਚਾ ਜੀਵਨ ਮਹਾਰਾਜ ਨੇ ਖਾਲਸੇ ਨੂੰ ਬਖਸ਼ਿਆ ਕਿ ਜੇ ਗੁਰੂ ਨੇ ਵੀ ਭਾਵੇਂ ਬਾਣੀ ਪੜ੍ਹ ਕੇ ਹੀ ਸਿਰ ਝੁਕਾਇਆ, ਪਰ ਖਾਲਸੇ ਦੇ ਮਨ ਵਿੱਚ ਆ ਗਿਆ ਇਹਨਾਂ ਨੇ ਸ਼ਾਇਦ ਮੜੀ ਵੱਲ ਆਪਣਾ ਸਿਰ ਝੁਕਾਇਆ, ਉਸੇ ਵੇਲੇ ਤਨਖਾਹ ਲੱਗੀ ਹੈ। ਖਾਲਸੇ ਦੇ ਦਰਬਾਰ ਵਿੱਚ ਕੋਈ ਬਰੀ ਨਹੀਂ ਹੈ, ਜਿੱਥੇ ਪਤਾ ਲੱਗਦਾ ਵੀ ਢਿੱਲਾ ਪੈਰਾ ਉੱਥੇ ਤਨਖਾਹ ਲੱਗਦੀ ਹੈ। ਜੇ ਗੁਰੂ ਨੂੰ ਤਨਖਾਹ ਲੱਗ ਸਕਦੀ ਹੈ ਤੇ ਸਿੱਖਾ ਤੈਨੂੰ ਕਿਉਂ ਨਹੀਂ ਲੱਗ ਸਕਦੀ? ਲੱਗੇਗੀ ਜ਼ਰੂਰ। ਮਹਾਰਾਜ ਕਹਿਣ ਲੱਗੇ, ਇਸ ਕਰਕੇ ਅੰਮ੍ਰਿਤ ਛਕਣਾ ਹੈ ਤੇ ਅੰਮ੍ਰਿਤ ਤੋਂ ਭਾਵ ਹੈ ਵੀ ਪਰਮੇਸ਼ਰ ਦਾ ਧਿਆਨ ਧਾਰਨ ਕਰਨਾ, ਉਹਦੇ ਬਿਨਾਂ ਕਿਸੇ ਦੇ ਧਿਆਨ ਨੂੰ ਨਹੀਂ ਰੱਖਣਾ ਹੈ। ਅੰਮ੍ਰਿਤ ਸਰੂਪ ਹੋਏ ਸੁਧਾ ਸਰ ਨਾਏ ਕਰ। ਤੇ ਪਰਮੇਸ਼ਰ ਦਾ ਧਿਆਨ ਧਾਰਨ ਕਰਕੇ ਤੇ ਪਰਮੇਸ਼ਰ ਦਾ ਰੂਪ ਹੀ ਹੋ ਜਾਣਾ ਹੈ। ਇਹ ਮਹਾਰਾਜ ਨੇ ਵੱਡੀ ਦਾਤ ਬਖਸ਼ੀ ਹੈ। ਪਰਮੇਸ਼ਰ ਦਾ ਧਿਆਨ ਧਾਰਨ ਕਰਦਿਆਂ ਕਰਦਿਆਂ ਤੇ ਜਿਹਦਾ ਵੀ ਆਪਾਂ ਧਿਆਨ ਧਾਰਨ ਕਰਦੇ ਹਾਂ ਫਿਰ ਉਹਦਾ ਰੂਪ ਹੀ ਹੋ ਜਾਈਦਾ। ਜਿਹਦੇ ਵੱਲ ਆਪਾਂ ਵੇਖਣ ਲੱਗ ਪਈਏ, ਜਿਹਦੇ ਕੋਲ ਬੈਠਣ ਲੱਗ ਪਈਏ, ਜਿਹਦੀ ਗੱਲ ਸੁਣਨ ਲੱਗ ਪਈਏ, ਜਿਹਦੀ ਸੰਗਤ ਵਿੱਚ ਬੈਠੀਏ, ਉਹਦੇ ਗੁਣ ਆਪਣੇ ਆਪ ਹੀ ਆਉਣ ਲੱਗ ਪੈਂਦੇ। ਤੁਸੀਂ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਕਰਕੇ ਵੇਖ ਲਓ। ਚੁਗਲ ਦੇ ਕੋਲ ਬੈਠੋਗੇ ਤੁਹਾਨੂੰ ਚੁਗਲੀ ਕਰਨ ਦੀ ਆਦਤ ਪੈ ਜਾਏਗੀ। ਨਿੰਦਿਆ ਕਰਨ ਵਾਲੇ ਦੇ ਕੋਲ ਬੈਠੋਗੇ ਤੁਹਾਨੂੰ ਵੀ ਨਿੰਦਿਆ ਕਰਨ ਦੀ ਆਦਤ ਪਵੇਗੀ। ਚੋਰ ਦੇ ਕੋਲ ਬੈਠੋਗੇ ਤੁਹਾਨੂੰ ਵੀ ਉਹੋ ਜਿਹੀਆਂ ਆਦਤਾਂ ਹੀ ਪੈ ਜਾਣਗੀਆਂ, ਕਿਉਂਕਿ ਮਨੁੱਖ ਦੂਜੇ ਵੱਲ ਵੇਖ ਕੇ ਉਹ ਗੁਣ ਧਾਰਨ ਕਰਦਾ ਹੈ। ਤਾਂ ਹੀ ਮਹਾਰਾਜ ਨੇ ਆਖਿਆ, ਸਾਕਤ ਸੰਗ ਨਾ ਕੀਜੀਐ ਦੂਰੈ ਹੈ ਜਾਈਐ ਭਾਗ। ਮਾੜੇ ਬੰਦੇ ਦੀ ਸੰਗਤ ਨਾ ਕਰ, ਉਹਨੂੰ ਵੇਖ ਕੇ ਰਾਹ ਛੱਡ ਦੇ, ਪਰੇ ਹੋ ਜਾ। ਉਹਦੀ ਸੰਗਤ ਦਾ ਪਰਛਾਵਾਂ ਵੀ ਤੇਰੇ 'ਤੇ ਅਸਰ ਪਾਏਗਾ।
ਤੇਰੇ ਮਨ ਵਿੱਚ ਇਹ ਗੱਲ ਆਉਣੀ ਹੈ, ਇਹ ਬੰਦਾ ਵੇਖੋ ਕਿੰਨੇ ਪਾਪ ਕਰਦਾ, ਇਹਨੂੰ ਵੇਖੋ ਕਿੰਨੇ ਸੁੱਖ ਮਿਲੇ ਨੇ, ਇਹਦਾ ਤੇ ਕੁਝ ਵੀ ਨਹੀਂ ਵਿਗੜਿਆ, ਇਹ ਤੇ ਸਾਰੀਆਂ ਸਹੂਲਤਾਂ ਲਈ ਬੈਠਾ ਹੈ, ਮੈਂ ਨਹੀਂ ਕਰਦਾ, ਮੇਰੇ ਕੋਲ ਸਹੂਲਤਾਂ ਹੈ ਕੋਈ ਨਹੀਂ, ਚਲੋ ਆਪਾਂ ਵੀ ਪਾਪ ਕਰੀਏ। ਮਾੜੇ ਬੰਦੇ ਦਾ ਮਾੜਾ ਪਰਛਾਵਾਂ ਪੈ ਗਿਆ, ਮਾੜੇ ਪਾਸੇ ਲੈ ਗਿਆ। ਮਹਾਰਾਜ ਨੇ ਆਖਿਆ ਮਾੜੇ ਬੰਦੇ ਦੀ ਸੰਗਤ ਨੂੰ ਵੇਖ ਕੇ ਆਸਾ ਪਾਸਾ ਹੀ ਕਰ, ਪਰੇ ਹੀ ਹੋ ਜਾ, ਉਹਨੂੰ ਬੁਲਾ ਹੀ ਨਾ। 1-2-4 ਵਾਰੀ ਇਸ ਤਰ੍ਹਾਂ ਕਰੇਗਾ, ਉਹ ਤੇਰਾ ਖਹਿੜਾ ਛੱਡ ਦੇਗਾ, ਆਪੇ ਹੀ ਪਰੇ ਹੋ ਜਾਏਗਾ। ਪਰ ਜੇ ਤੂੰ ਉਹਨਾਂ ਦੀ ਪੰਚਾਇਤ ਵਿੱਚ ਜਾ ਕੇ ਹੀ ਬੈਠੇਗਾ ਵੀ ਆਓ ਭਾਈ ਆਪਾਂ ਮਿਲ ਕੇ ਹੁਣ ਚੁਗਲੀਆਂ ਕਰੀਏ, ਨਿੰਦਿਆ ਕਰੀਏ, ਫਿਰ ਉਹ ਗੁਣ ਤੇਰੇ ਵਿੱਚ ਵੀ ਆਵੇਗਾ। ਮਹਾਰਾਜ ਕਹਿਣ ਲੱਗੇ ਜਦੋਂ ਅਕਾਲ ਪੁਰਖ ਦਾ ਧਿਆਨ ਧਾਰੋਗੇ, ਹੌਲੀ ਹੌਲੀ ਧਿਆਨ ਧਾਰਦਿਆਂ ਧਾਰਦਿਆਂ ਤੁਸੀਂ ਪਰਮੇਸ਼ਰ ਦਾ ਰੂਪ ਹੀ ਹੋ ਜਾਓਗੇ। ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਅਵਸਥਾ ਬਣ ਜਾਂਦੀ ਹੈ। ਤੇ ਕਹਿਣ ਲੱਗੇ ਸੁਧਾ ਸਾਰ ਨਹਾਏ ਕਰ, ਅੰਮ੍ਰਿਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰੋਗੇ, ਐਸੀ ਦਾਤ ਮਿਲਦੀ ਹੈ। ਸਵਈਆ ਬਾਰ ਬਧੁਨ ਕੇ ਸੰਗਰ ਮੈਂ ਨਰ, ਸੰਗਤ ਮੈਂ ਨੈ ਮੇਲ ਸੋ ਪਾਵੈ। ਸਤਿਗੁਰੂ ਪਾਤਸ਼ਾਹ ਨੇ ਅੱਗੇ ਹਦਾਇਤ ਕੀਤੀ ਹੈ ਕਿ ਗੁਰੂ ਕਾ ਸਿੱਖ ਕਦੇ ਵੀ ਆਪਣੇ ਜੀਵਨ ਦੇ ਵਿੱਚ ਕੋਈ ਕੁਰੈਤ ਨਾ ਕਰੇ, ਜੀਵਨ ਨੂੰ ਗਿਰੇ ਨਾ, ਜੀਵਨ ਨੂੰ ਡਿੱਗੇ ਨਾ। ਜੇ ਕੋਈ ਇਸ ਤਰ੍ਹਾਂ ਦਾ ਕਰਮ ਕਰਦਾ ਉਹਦਾ ਫਿਰ ਸੰਗਤ ਵਿੱਚ ਮੇਲ ਨਹੀਂ ਹੋਵੇਗਾ, ਭਾਵ ਕਿ ਉਸ ਨੂੰ ਸਿੱਖ ਨਹੀਂ ਸਮਝਿਆ ਜਾਏਗਾ। ਪਹਿਲੇ ਸਮੇਂ ਦੇ ਵਿੱਚ ਤਖਤ ਸਾਹਿਬ 'ਤੇ ਜਿਹੜਾ ਬੰਦਾ ਕਰੈਤੀਆ ਹੁੰਦਾ ਸੀ ਨਾ, ਕਰੈਤ ਕਰਨ ਵਾਲੇ ਨੂੰ ਤਖਤ ਸਾਹਿਬ 'ਤੇ ਨਮਸਕਾਰ ਕਰਨ ਨਹੀਂ ਸੀ ਦਿੱਤੀ ਜਾਂਦੀ। ਜਿਵੇਂ ਅਕਾਲ ਤਖਤ ਸਾਹਿਬ ਹੈ, ਹਜ਼ੂਰ ਸਾਹਿਬ ਹੈ, ਇਹ ਤਖਤ ਸਾਹਿਬਾਨ ਨੇ ਕਰੈਤੀਆ ਬੰਦਾ ਉੱਤੇ ਨਮਸਕਾਰ ਨਹੀਂ ਕਰੇਗਾ ਜਾ ਕੇ। ਕਰੈਤੀਏ ਤੋਂ ਬਾਅਦ ਵਿੱਚ ਲੱਗ ਗਈ ਤਨਖਾਹ, ਜਿੰਨਾ ਚਿਰ ਉਹ ਤਨਖਾਹੀਆ ਹੈ ਉਹਨਾਂ ਚਿਰ ਨਮਸਕਾਰ ਨਹੀਂ ਕਰ ਸਕੇਗਾ। ਆਪਣੀ ਤਨਖਾਹ ਪੂਰੀ ਕਰਕੇ ਫਿਰ ਅਰਦਾਸ ਕਰਕੇ ਉਸ ਤੋਂ ਮਗਰੋਂ ਜਾ ਕੇ ਤਖਤ ਸਾਹਿਬ 'ਤੇ ਨਮਸਕਾਰ ਕਰ ਸਕਦਾ। ਇਹ ਮਰਿਆਦਾ ਖਾਲਸੇ ਦੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਕੁਕਰਮ ਕਰੇਗਾ, ਕੁਰੈਤ ਕਰੇਗਾ, ਜੀਵਨ ਨੂੰ ਡਿੱਗੇਗਾ, ਉਹਦਾ ਸਾਡੀ ਸੰਗਤ ਵਿੱਚ ਮੇਲ ਨਹੀਂ ਹੋਵੇਗਾ, ਉਹਨੂੰ ਸੰਗਤ ਵਿੱਚ ਮਿਲਾਪ ਨਹੀਂ ਪ੍ਰਾਪਤ ਹੋਣਾ ਹੈ। ਸੋ ਨਹਿ ਸਿੱਖ ਗੁਰੂ ਨਹਿ ਮੈਂ ਤਹ, ਲੋਕ ਪਰਲੋਕ ਸੋ ਮੂਲ ਨਸਾਵੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੋ ਨਹਿ ਸਿੱਖ, ਉਹ ਸਾਡਾ ਸਿੱਖ ਨਹੀਂ ਹੈ। ਇਹ ਬਚਨ ਪੱਲੇ ਬੰਨ੍ਹ ਲਓ। ਜੇ ਕੋਈ ਵੀ ਬੱਜਰ ਕੁਰੈਤ ਕੀਤੀ ਹੈ, ਬੱਜਰ ਕੁਰੈਤ ਕਰਨ ਵਾਲਾ ਮਹਾਰਾਜ ਕਹਿਣ ਲੱਗੇ ਮੇਰਾ ਸਿੱਖ ਹੀ ਨਹੀਂ ਹੈ। ਸੋ ਨਹਿ ਸਿੱਖ ਗੁਰੂ ਨਹਿ ਮੈਂ ਤਹ, ਮੈਂ ਉਹਦਾ ਗੁਰੂ ਵੀ ਨਹੀਂ। ਭਾਵੇਂ ਉਹ ਸਿੱਖ ਕਹੀ ਜਾਵੇ ਕਿ ਮੈਂ ਗੁਰੂ ਕਾ ਸਿੱਖ ਹਾਂ, ਮੈਂ ਗੁਰੂ ਕਾ ਸਿੱਖ ਹਾਂ, ਮਹਾਰਾਜ ਕਹਿਣ ਲੱਗੇ ਉਹ ਮੇਰਾ ਸਿੱਖ ਨਹੀਂ ਅਤੇ ਮੈਂ ਉਹਦਾ ਗੁਰੂ ਨਹੀਂ। ਜਿਵੇਂ ਰਾਮਿਆਣੇ ਦੀ ਧਰਤੀ 'ਤੇ ਕੁਝ ਲੋਕਾਂ ਨੇ ਲਿਖਿਆ ਸੀ ਮਹਾਰਾਜ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ। ਉਹ ਬਚਨ ਗੁਰੂ ਨੇ ਨਹੀਂ ਕੀਤਾ, ਉਹ ਸਿੱਖਾਂ ਨੇ ਕੀਤਾ। ਪਰ ਇੰਨਾ ਬਚਨ ਕਹਿ ਕੇ ਮੁੜ ਕੇ ਸ਼ਹੀਦੀਆਂ ਕਰਵਾ ਕੇ ਫਿਰ ਉਸ ਬਚਨ ਤੋਂ ਛੁਟਕਾਰਾ ਹੋਇਆ। ਇੱਥੇ ਗੁਰੂ ਪਾਤਸ਼ਾਹ ਆਪ ਕਹਿ ਰਹੇ ਨੇ, ਕਹਿਣ ਲੱਗੇ ਸੋ ਨਹਿ ਸਿੱਖ, ਉਹ ਮੇਰਾ ਸਿੱਖ ਹੀ ਨਹੀਂ ਹੈ। ਮੈਂ ਨਹਿ ਗੁਰੂ ਤੇ, ਮੈਂ ਉਹਦਾ ਗੁਰੂ ਨਹੀਂ ਹਾਂ। ਜਿਹੜਾ ਕੁਰੈਤ ਕਰਦਾ ਹੈ ਮੈਂ ਉਸ ਦਾ ਗੁਰੂ ਨਹੀਂ ਹਾਂ। ਲੋਕ ਪਰਲੋਕ ਸੋ ਮੂਲ ਨਸਾਵੈ, ਉਹਦਾ ਲੋਕ ਵੀ ਚਲੇ ਜਾਵੇਗਾ, ਪਰਲੋਕ ਵੀ ਚਲੇ ਜਾਏਗਾ। ਲੋਕ ਇਹ ਦੁਨੀਆ ਜਿੱਥੇ ਜਨਮ ਲੈ ਕੇ ਆਇਆ, ਇੱਥੇ ਵੀ ਉਹਦੀ ਨਿੰਦਿਆ ਹੀ ਹੋਵੇਗੀ, ਨਰਾਦਰੀ ਹੋਵੇਗੀ, ਸਤਿਕਾਰ ਨਹੀਂ ਮਿਲੇਗਾ। ਇੱਥੇ ਵੀ ਉਹ ਡਰ ਡਰ ਦੀਆਂ ਠੋਕਰਾਂ ਹੀ ਖਾਵੇਗਾ। ਅਤੇ ਪਰਲੋਕ ਦੇ ਸੁੱਖ ਜਿੱਥੇ ਸਰੀਰ ਛੱਡ ਕੇ ਜਾਣਾ, ਉੱਥੇ ਵੀ ਸੁੱਖ ਕੋਈ ਨਹੀਂ ਮਿਲੇਗਾ, ਉੱਥੇ ਵੀ ਠੋਕਰਾਂ ਹੀ ਵੱਜਣਗੀਆਂ, ਉੱਥੇ ਵੀ ਜਮਾਂ ਦੀ ਮਾਰ ਪਵੇਗੀ। ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਵਹਿ ਤੇਰਾ ਸਦਾ ਪਛੋਤਾਵਹਿ, ਗੁਣ ਗੋਪਾਲ ਨਾ ਜਪਹਿ ਰਸਨਾ ਫਿਰ ਕਦੋਂ ਸੇ ਦੇਹ ਆਵੇ। ਅੱਜ ਤੇਰੀ ਜ਼ੁਬਾਨ ਕਹਿੰਦੀ ਹੈ ਕਿ ਮੈਂ ਵਾਹਿਗੁਰੂ ਨਹੀਂ ਕਹਿਣਾ, ਮੈਂ ਪਾਠ ਨਹੀਂ ਕਰਨਾ, ਪਰ ਗੁਰਮੁਖਾ ਜੇ ਇਹ ਸਮਾਂ ਇਸ ਵਾਰੀ ਲੰਘ ਗਿਆ ਫਿਰ ਕਦੋਂ ਤੈਨੂੰ ਦੁਬਾਰਾ ਇਹ ਦੇਹ ਪ੍ਰਾਪਤ ਹੋਣੀ ਹੈ, ਪਤਾ ਨਹੀਂ ਹੋਣੀ ਵੀ ਹੈ ਕਿ ਨਹੀਂ ਹੋਣੀ। ਇਹ ਵਾਰ-ਵਾਰ ਮਨੁੱਖਾ ਸਰੀਰ ਦੀ ਦੇਹ ਪ੍ਰਾਪਤ ਨਹੀਂ ਹੋਣੀ। ਇਸ ਕਰਕੇ ਐਸੇ ਸਰੀਰ ਵਿੱਚ ਨਾਮ ਜਪ ਲਾ ਜਿੰਨਾ ਜਪ ਸਕਦਾ। ਮਹਾਰਾਜ ਕਹਿਣ ਲੱਗੇ ਲੋਕ ਪਰਲੋਕ ਸੋ ਮੂਲ ਨਸਾਵੈ, ਉਹਦਾ ਲੋਕ ਵੀ ਚਲਾ ਜਾਏਗਾ, ਪਰਲੋਕ ਵੀ ਚਲਾ ਜਾਏਗਾ। ਉਹ ਆਪਣੇ ਸਾਰੇ ਸੁੱਖਾਂ ਨੂੰ, ਸ਼ਾਂਤੀ ਨੂੰ ਗਵਾ ਲਵੇਗਾ। ਜੋ ਪਛਤਾਏ ਪਰੈ ਸਰਨੀ ਪੁਨ ਆਪਣਾ ਦੋਸ਼ ਸਮੂਹ ਸੁਨਾਵੇ। ਤੇ ਸਤਿਗੁਰਾਂ ਦਾ ਅਗਲਾ ਬਚਨ, ਜੇ ਕੋਈ ਗਲਤੀ ਹੋ ਜਾਵੇ, ਕਿਉਂਕਿ ਆਪਾਂ ਖਿਣ ਭੁੱਲਣ ਆ ਰਹਾ, ਪਤਾ ਨਹੀਂ ਕਿੱਥੇ ਪੈਰ ਫਿਸਲ ਜਾਣਾ, ਕਿੱਥੇ ਡਿੱਗ ਪੈਣਾ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਕਹਿਣ ਲੱਗੇ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ।
ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁਰ ਪਿਤਾ ਗਲ ਲਾ ਗੱਲ ਲਾਵੇ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਤੇ ਆਪਾਂ ਬਚੇ। ਸਾਡਾ ਪੈਰ ਫਿਸਲਣਾ ਸੁਭਾਵਿਕ ਹੀ ਹੈ, ਕਿਤੇ ਨਾ ਕਿਤੇ ਕੋਈ ਗਲਤੀ ਕਰਾਂਗੇ। ਪਰ ਮਹਾਰਾਜ ਕਹਿਣ ਲੱਗੇ ਜੇ ਗਲਤੀ ਹੋ ਜਾਵੇ ਤੇ ਫਿਰ ਉਸ ਗਲਤੀ ਨੂੰ ਪਛਤਾਪ ਕਰੇ ਕਿ ਮੇਰੇ ਕੋਲੋਂ ਗਲਤੀ, ਮਨੋਂ ਮੰਨੇ ਕਿ ਮੈਂ ਗਲਤ ਕਰ ਬੈਠਾ, ਪਛਤਾਪ ਕਰੇ। ਪਛਤਾਪ ਕਰਕੇ ਫਿਰ ਸੰਗਤ ਵਿੱਚ ਆਵੇ, ਫਿਰ ਸੰਗਤ ਵਿੱਚ ਬੋਲ ਕੇ ਸੁਣਾਵੇ ਕਿ ਮੈਂ ਆਹ ਗਲਤੀ ਕੀਤੀ ਹੈ। ਕਿਉਂਕਿ ਸੰਗਤ ਵਿੱਚ ਗੁਰੂ ਵਸਦਾ, ਗੁਰੂ ਨੂੰ ਸੁਣਾਉਣ ਵਾਸਤੇ ਸੰਗਤ ਨੂੰ ਬਚਨ ਸੁਣਾਉਣਾ ਪਵੇਗਾ। ਅੱਜ ਵੀ ਜਦੋਂ ਕੋਈ ਬੰਦਾ ਅੰਮ੍ਰਿਤਧਾਰੀ ਸਿੱਖ ਕੋਈ ਗਲਤੀ ਕਰ ਲੈਂਦਾ ਨਾ, ਉਹਨੂੰ ਪੰਜਾਂ ਪਿਆਰਿਆਂ ਦੇ ਸਾਹਮਣੇ ਜਾਣਾ ਪੈਂਦਾ। ਉੱਥੇ ਪੰਜ ਪਿਆਰੇ ਸਾਹਿਬਾਨ ਖੜੇ ਹੁੰਦੇ, ਉਹ ਫਿਰ ਪੁੱਛਦੇ ਵੀ ਦੱਸ ਭਾਈ ਤੇਰਾ ਕੀ ਗੁਨਾਹ। ਉੱਥੇ ਬੋਲ ਕੇ ਦੱਸਣਾ ਪੈਂਦਾ, ਲਿਖ ਕੇ ਨਹੀਂ ਤੁਸੀਂ ਦੇ ਸਕਦੇ, ਕੰਨ ਵਿੱਚ ਨਹੀਂ ਕਹਿ ਸਕਦੇ, ਬੋਲ ਕੇ ਦੱਸਣਾ ਪਵੇਗਾ ਮੇਰੇ ਕੋਲੋਂ ਇਹ ਗਲਤੀ ਹੋਈ ਹੈ। ਜਦੋਂ ਆਪਣੀ ਗਲਤੀ ਦੱਸੇਗਾ ਫਿਰ ਪੰਜ ਪਿਆਰੇ ਆਪਸ ਵਿੱਚ ਮਸ਼ਵਰਾ ਕਰਨਗੇ, ਸਲਾਹ ਕਰਨਗੇ, ਫਿਰ ਤੈਨੂੰ ਸਜ਼ਾ ਲਾਉਣਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਕਿਸੇ ਕੋਲੋਂ ਗਲਤੀ ਹੋ ਜਾਵੇ ਉਹ ਆਪਣੀ ਗਲਤੀ ਸੰਗਤ ਵਿੱਚ ਦੱਸੇ। ਹੁਣ ਪੰਜ ਪਿਆਰੇ ਵੀ ਸੰਗਤ ਨੇ, ਪੰਜਾਂ ਪਿਆਰਿਆਂ ਦਾ ਰੂਪ ਸੰਗਤ ਦਾ ਰੂਪ ਹੀ ਹੈ। ਸੰਗਤ ਵਿੱਚ ਆਪਣੇ ਗੁਨਾਹਾਂ ਨੂੰ ਕਬੂਲ ਕਰੇ, ਪੰਜਾਂ ਪਿਆਰਿਆਂ ਕੋਲ ਆਪਣਾ ਗੁਨਾਹ ਕਬੂਲ ਕਰੇ, ਫਿਰ ਪੰਜ ਪਿਆਰੇ ਉਸ ਨੂੰ ਤਨਖਾਹ ਲਾ ਕੇ ਬਖਸ਼ਣਗੇ। ਮਹਾਰਾਜ ਅੱਗੇ ਕਿਹੜੇ ਬਚਨ ਕਰਨਗੇ ਉਹ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਬੇਨਤੀ ਹੈ ਕਿ ਜੋ ਆਪਾਂ ਸਵੇਰ ਵੇਲੇ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਗੁਰਬਾਣੀ ਦੀ ਕਥਾ ਦਾ ਮੱਧ ਜੋ ਹੈ ਉਹ 12 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਦੀ ਕਥਾ ਵਿੱਚ ਲੱਗੇਗਾ। ਆਪ ਸੰਗਤਾਂ ਵਾਸਤੇ ਪ੍ਰਸ਼ਾਦੇ ਦੇ ਲੰਗਰ ਵੀ ਤਿਆਰ ਹੋਣਗੇ ਅਤੇ ਜਲੇਬਾਂ ਦੇ ਲੰਗਰ, ਜਲੇਬ ਦੇ ਲੰਗਰ ਵੀ ਤਿਆਰ ਹੋਣਗੇ। ਬੇਨਤੀ ਹੈ ਕਿ 7:30 ਵਜੇ, ਪੌਣੇ 8 ਵਜੇ ਸਵੇਰੇ ਅਰਦਾਸ ਹੋਣੀ ਹੈ ਗੁਰਬਾਣੀ ਦੀ ਮੱਧ ਦੀ ਕਥਾ ਦੀ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਇਹ ਬੜਾ ਵੱਡਾ, ਇਹ ਮਹਾਰਾਜ ਜੀਆਂ ਨੇ ਸਾਨੂੰ ਉਦਮ ਬਖਸ਼ਿਆ, ਬੜੀ ਵੱਡੀ ਕਿਰਪਾ ਕੀਤੀ ਹੈ ਜੋ ਆਪਾਂ ਸੰਗਤਾਂ ਗੁਰਬਾਣੀ ਦੀ ਕਥਾ ਸਰਵਣ ਕਰਦੇ। ਇਹ ਬੜੀ ਵੱਡੀ ਦਾਤ ਹੈ ਜੋ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ, ਉਹ ਲੱਖਾਂ ਵਿੱਚੋਂ ਸਾਨੂੰ ਹੋ ਰਹੀ ਹੈ। ਉਸ ਗੁਰਬਾਣੀ ਦਾ ਮੱਧ ਮਹਾਰਾਜ ਨੇ ਸਾਨੂੰ 12 ਤਰੀਕ ਨੂੰ ਬਖਸ਼ ਦੇਣਾ ਅਤੇ 7:30 ਵਜੇ, ਪੌਣੇ 8 ਵਜੇ ਅਰਦਾਸ ਹੋਣੀ ਹੈ। ਲੰਗਰ ਗੁਰੂ ਕੇ ਵਰਤਣਗੇ, ਜਲੇਬ ਦੇ ਲੰਗਰ ਤਿਆਰ ਹੋਣਗੇ। ਆਪ ਸੰਗਤਾਂ ਵੀ ਪਹੁੰਚਿਓ, ਹੋਰਾਂ ਸੰਗਤਾਂ ਨੂੰ ਵੀ ਇਹ ਬੇਨਤੀ ਕਰਕੇ ਦਰਬਾਰ ਵਿੱਚ ਲੈ ਕੇ ਆਉਣ ਦੀ ਕਿਰਪਾਲਤਾ ਕਰਿਓ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਲਿਖੈ ਕਤਹਿ ਨਾ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।